असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो, आज हर तरफ धुंध का राज है तो सर्दी खासी है। मैं हैरान हो रही सां अल्लाह पाक दे उस सोहणे रब दी कुदरत तो कि कल इन्ना चमकदा होया दिन सी कि सूरज पूरा दिन रहा और हर दूर तक तुहानूं पहाड़ जड़े ने ना नज़र आ रहे सन और बड़ा ही खूबसूरत दिन सी। और आज खैर पेशन गोई तो हैगी सी, लेकिन मैं उठी मैं हैरान रह गई कि लग ही नहीं रहा सी कि कल इत्थे कोई ऐसा दिन भी निकलिया सी। और अज देखो कुछ भी नज़र नहीं पे आंदा, ना उस सामने वाले मकान नज़र आ रहे ने, ना दूर पहाड़ियाँ, बस नज़दीक दे मकान, वो भी दरख्त भी धुंधले धुंधले नज़र आ रहे ने। हर तरफ तुहानूं धुंध नज़र आ रही और सर्दी भी खासी है। रात जड़ा -1 टैंपरेचर रहा है तो बई इस साल जड़ियाँ ना कुल्फियाँ जड़ियाँ ने साड़ियाँ ठीक ठाक बड़ियाँ ने कि सर्दी खत्म होने का ना नहीं लै रही। इस तरफ भी देख लो धुंध ही धुंध, अंधा धुंध धुंध छाई हुई है। तो चलो जी असी अंदर चल रहे हैं। मैं निकल आई हाँ, भावें फिर मैं लिंबी जावां क्योंकि मैं भी फिर बाज नहीं आनी है ना, तो बाहर निकल आनी हाँ। ਸੋਹਣਿਓ ਸੋਹਣਿਓ, ਤੁਹਾਨੂੰ ਸਾਰਿਆਂ ਨੂੰ ਜੁम्मा ਮੁਬਾਰਕ। ਤੇ ਜੁम्मा ਮੁਬਾਰਕ ਦੇ ਨਾਲ ਹੀ ਰਮਜ਼ਾਨੁਲ ਮੁਬਾਰਕ ਦੀ ਪੇਸ਼ਗੀ ਮੁਬਾਰਕਬਾਦ ਮੇਰੇ ਵੱਲੋਂ ਦਿਲ ਦੀ ਗਹਿਰਾਈਆਂ ਦੇ ਨਾਲ। ਕਿਸੇ ਦਾ ਰੋਜ਼ਾ ਕੱਲ੍ਹ ਹੋਣਾ ਵੇ, ਕੁਛ ਦਾ ਪਰਸੋਂ ਹੋਣਾ ਵੇ, ਲੇਕਿਨ ਬਹਿਰ ਰਮਜ਼ਾਨੁਲ ਮੁਬਾਰਕ ਦੀ ਆਮਦ ਹੈ ਤੇ ਹਰ ਘਰ ਵਿੱਚ ਨਾ ਤਿਆਰੀ ਸ਼ੁਰੂ ਹੋ ਚੁੱਕੀ ਹੈ ਰਮਜ਼ਾਨ ਦੇ ਹਵਾਲੇ ਨਾਲ। ਹਰ ਕੋਈ ਆਪਣੇ ਬੱਚਿਆਂ ਦੇ ਹਿਸਾਬ ਦੇ ਨਾਲ ਲੱਗਿਆ ਹੋਇਆ ਵੀ ਤਿਆਰੀਆਂ ਕਰਨ ਵਾਸਤੇ, ਜਿਹਦਾ ਜੋ ਕੁਛ ਫੇਵਰਟ ਹੈ ਨਾ ਉਹ ਆਪਣਾ ਉਸ ਤਿਆਰੀ ਵਿੱਚ ਲੱਗ ਚੁੱਕਿਆ। ਲੇਕਿਨ ਅਸੀਂ ਕਿਉਂਕਿ ਮਰੀਜ਼ ਬੰਦੇ ਆ, ਦੋ ਬੰਦੇ ਔਰ ਉਹ ਵੀ ਮੁਖਤਲਿਫ ਅਮਰਾਜ਼ ਦਾ ਸ਼ਿਕਾਰ, ਸਾਡੇ ਖਾਣ ਪੀਣ ਦੀ ਰੂਟੀਨ ਵਿੱਚ ਤੇ ਕੋਈ ਐਸਾ ਖਾਸ ਫਰਕ ਨਹੀਂ ਆਏਗਾ ਕਿ ਅਸੀਂ ਕੋਈ ਸਮੋਸੇ ਔਰ ਪਕੌੜੇ ਔਰ ਇਸ ਟਾਈਪ ਦੀ ਚੀਜ਼ ਕੁਛ ਵੀ ਨਹੀਂ ਬਣਾਉਣੀ ਹੈ। ਅਸੀਂ ਸਿਰਫ ਉਹੀ ਜਿਹੜਾ ਸਾਡਾ ਰਾਸ਼ਨ ਆਂਦਾ ਵੇ, ਗਰੋਸਰੀ ਹੋ ਗਈ ਹੈ, ਰਮਜ਼ਾਨ ਮੁਬਾਰਕ ਦੀ ਗਰੋਸਰੀ ਅੱਜ ਆ ਗਈ ਹੈ ਤੇ ਥੋੜ੍ਹਾ ਜ਼ਿਆਦਾ ਹੀ ਲਿਆਇਆ ਹੈ ਅਸੀਂ ਸਮਾਨ। ਕੁਛ ਹਲੇ ਸਮਾਨ ਆਉਣਾ ਵੇ ਸਾਡਾ ਦੂਸਰੇ ਸਟੋਰ ਦਾ, ਏਸ਼ੀਅਨ ਸਟੋਰ ਦਾ ਸਮਾਨ ਆਉਣਾ ਹੈ, ਗੋਸ਼ਤ ਸਬਜ਼ੀ ਵਗੈਰਾ ਉੱਥੋਂ ਆਉਂਦੀ ਹੈ। ਤੇ ਲੇਕਿਨ ਅਸੀਂ ਥੋੜ੍ਹਾ ਜ਼ਿਆਦਾ ਹੀ ਮੰਗਾ ਲਿਆ ਕਿ ਰਮਜ਼ਾਨ ਮੁਬਾਰਕ ਵਿੱਚ ਪਤਾ ਨਹੀਂ ਫਿਰ ਕੁਛ ਸ਼ਡਿਊਲ ਇੱਧਰ ਉੱਧਰ ਹੋ ਜਾਵੇ ਤੇ ਘਰ ਵਿੱਚ ਸਮਾਨ ਖਤਮ ਨਾ ਹੋਵੇ। ਤੇ ਬਹਿਰਹਾਲ ਜੀ ਸਾਰਿਆਂ ਨੂੰ ਰਮਜ਼ਾਨੁਲ ਮੁਬਾਰਕ ਦੀ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। ਅੱਲਾ ਕਰੇ ਰਮਜ਼ਾਨੁਲ ਮੁਬਾਰਕ ਵਿੱਚ ਹਰ ਕੋਈ ਆਪਣੀ ਹਸਬੇ ਇਸਤਾਤ ਰੋਜ਼ੇ ਵੀ ਰੱਖੇ, ਇਬਾਦਤ ਵੀ ਕਰੇ ਤੇ ਸਾਰਿਆਂ ਵਾਸਤੇ ਬੜਾ ਅੱਛਾ ਮਹੀਨਾ ਸਾਬਤ ਹੋਵੇ, ਬਾਬਰਕਤ ਮਹੀਨਾ ਸਾਡਾ ਸ਼ੁਰੂ ਹੋਣ ਵਾਲਾ ਵੇ। ਤੇ ਲੋ ਜੀ ਇਹ ਸਾਰੇ ਚੀਜ਼ਾਂ ਵਿੱਚੋਂ ਹੈ ਤੇ ਹਮੇਸ਼ਾ ਹੀ ਆਉਂਦੀਆਂ ਨੇ। ਤੇ ਜਿਹੜਾ ਆਈਆਂ ਨਾ ਖਜੂਰਾਂ ਆਈਆਂ ਨੇ, ਇਹ ਸਭ ਤੋਂ ਜ਼ਿਆਦਾ ਜਿਹੜਾ ਨਾ ਅਹਿਮ ਆਈਟਮ ਹੈ ਰੋਜ਼ੇ ਦੇ ਹਵਾਲੇ ਨਾਲ ਕਿ ਤੁਸੀਂ ਰੋਜ਼ਾ ਰੱਖਦੇ ਹੋ ਅਤੇ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਖਜੂਰ ਦੇ ਨਾਲ ਰੋਜ਼ਾ ਖੋਲੀਏ ਨਾ, ਸਾਡਾ ਰੋਜ਼ਾ ਜਿਹੜਾ ਇਫਤਾਰ ਹੋਵੇ ਉਹ ਖਜੂਰ ਦੇ ਨਾਲ ਹੋਵੇ। ਅਤੇ ਚਲੋ ਜੀ ਅਸੀਂ ਵੀ ਸਮੇਟਨੇ ਹਾਂ ਰਮਜ਼ਾਨੁਲ ਮੁਬਾਰਕ ਦੀ ਗਰੋਸਰੀ ਦੇ ਨਾਲ। ਤੁਹਾਨੂੰ ਅਸੀਂ ਖੁਸ਼ ਆਮਦੇਦ ਕਹਿੰਦੇ ਹਾਂ, ਮੁਬਾਰਕਾਂ ਦਿੰਦੇ ਹਾਂ, ਵਧਾਈਆਂ ਦਿੰਦੇ ਹਾਂ। ਅਸੀਂ ਉਸ ਦਿਨ ਬਣਾਇਆ ਸੀ ਆਲੂ ਗੋਸ਼ਤ ਦਾ ਸ਼ੋਰਬਾ। ਤੁਸੀਂ ਗਵਾਹ ਹੋ ਇਸ ਚੀਜ਼ ਦੇ। ਉਹਨੂੰ 2-3 ਦਫਾ ਅਸੀਂ ਪਕਾਉਣ ਦੀ ਕੋਸ਼ਿਸ਼ ਕੀਤੀ ਹੈ ਖਾ ਕੇ, ਪਰ ਉਹ ਖਾਸੀ ਹੱਦ ਤੱਕ ਮੁੱਕ ਗਿਆ, ਲੇਕਿਨ ਥੋੜ੍ਹਾ ਜਿਹਾ ਸ਼ੋਰਬਾ ਫਿਰ ਵੀ ਬਚ ਗਿਆ। ਅਤੇ ਇਹ ਬੜੀ ਨਾਕਾਮ ਜਿੱਦੋਜਹਿਦ ਸਾਡੀ ਹੋਈ, ਪਰ ਅਸੀਂ ਸੋਚਿਆ ਕਿ ਅਸੀਂ ਇਸ ਸ਼ੋਰਬੇ ਨੂੰ ਵੀ ਜ਼ਾਇਆ ਨਹੀਂ ਕਰਾਂਗੇ, ਅਸੀਂ ਇਹਦੀ ਬਣਾ ਲਵਾਂਗੇ ਰੋਟੀ। ਮੈਂ ਥੋੜ੍ਹਾ ਜਿਹਾ ਆਟਾ ਪਾ ਲਿਆ ਵੇ ਕਿ ਜਿੰਨਾ ਕੁ ਸ਼ੋਰਬਾ ਵੇ ਥੋੜ੍ਹਾ ਉਹਦੇ 'ਚ ਜਾਏਗਾ ਨਮਕ ਅਤੇ ਮਿਰਚ। ਅਤੇ ਮੈਂ ਇਹ ਸ਼ੋਰਬਾ ਜਿਹੜਾ ਵੇ ਨਾ ਇਹਦੇ ਵਿੱਚ ਆਟੇ ਵਿੱਚ ਲੁੱਧ ਲਵਾਂਗੀ। ਆਟੇ ਵਿੱਚ ਲੁੱਧ ਕੇ ਅਸੀਂ ਇਹਨੂੰ ਥੋੜ੍ਹਾ ਜਿਹਾ ਨਮਕ ਵਿੱਚ ਪਾ ਕੇ ਅਤੇ ਅਸੀਂ ਇਹਨੂੰ ਮੁੱਕੀ ਦੇ ਦੇਵਾਂਗੇ ਔਰ ਫਿਰ ਇਹਦਾ ਮਜ਼ੇਦਾਰ ਬਣ ਜਾਏਗਾ ਪਰਾਠਾ, ਰੋਟੀ ਕਹਿ ਲਓ, ਪਰਾਠਾ ਕਹਿ ਲਓ। ਔਰ ਫਿਰ ਅਸੀਂ ਉਹ ਮਜ਼ੇ ਲੈ ਕੇ ਖਾ ਲਵਾਂਗੇ। ਇਸ ਤਰ੍ਹਾਂ ਚੀਜ਼ ਜ਼ਾਇਆ ਵੀ ਨਹੀਂ ਹੋਏਗੀ। ਇੱਕ ਦਫਾ ਫਿਰ ਲੈਫਟ ਓਵਰ ਸਾਲਨ ਕਾ ਮੇਕ ਓਵਰ ਹੋਣ ਲੱਗਾ ਜੇ। ਅਤੇ ਮੈਂ ਆਟਾ ਹੁਣ ਬਸ ਗੁੰਨਣ ਲੱਗੀ ਹਾਂ। ਥੋੜ੍ਹੇ ਜਿਹੇ ਮੈਂ ਇਹਦੇ ਵਿੱਚ ਪਾਵਾਂਗੀ ਸ਼ੋਰਬਾ, ਮੈਂ ਅੱਛੀ ਤਰ੍ਹਾਂ ਫਿਰ ਨਿਚੋੜ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਪਾ ਦਾਂਗੀ ਔਰ ਥੋੜ੍ਹਾ ਜਿਹਾ ਮੈਂ ਨਮਕ ਸ਼ਾਮਿਲ ਕਰ ਦਾਂਗੀ ਔਰ ਅਸੀਂ ਆਟਾ ਗੁੰਨਦੇ ਹਾਂ। ਸ਼ੋਰਬਾ ਸਾਰਾ ਅੱਛੀ ਤਰ੍ਹਾਂ ਸਾਫ਼ ਕਰਕੇ ਇਹਦੇ ਵਿੱਚ ਪਾ ਲਿਆ ਵੇ ਅਤੇ ਬਸ ਅਸੀਂ ਇਹਨੂੰ ਥੋੜ੍ਹਾ ਜਿਹਾ ਹਿਲਾ ਕੇ ਮੈਂ ਦੇਖ ਲਵਾਂਗੀ ਕਿ ਅਗਰ ਸ਼ੋਰਬਾ ਕਾਫੀ ਹੈ ਤਾਂ ਠੀਕ ਹੈ, ਵਰਨਾ ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਦੇ ਕੇ ਇਹਨੂੰ ਮੁੱਕੀ ਦੇ ਲਵਾਂਗੀ। ਅਤੇ ਹੁਣ ਅਸੀਂ ਇਹਨੂੰ ਦੇਣੀ ਆ ਜ਼ਰਾ ਹੱਥਾਂ ਦਾ ਕਮਾਲ ਦਿਖਾਈਏ ਨਾ ਕਿ ਚਮਚ ਦੇ ਨਾਲ ਉਹ ਚੀਜ਼ ਨਹੀਂ ਹੁੰਦੀ ਜਿਹੜੇ ਇਨਸਾਨ ਨੂੰ ਅੱਲਾ ਪਾਕ ਨੇ ਹੱਥ ਅਤਾ ਕੀਤੇ ਨੇ ਨਾ। ਲੋ ਜੀ ਅਸੀਂ ਆਟਾ ਗੁੰਨ ਲਿਆ ਵੇ, ਬਿਲਕੁਲ ਥੋੜ੍ਹਾ ਜਿਹਾ ਆਟਾ ਗੁੰਨਿਆ ਗਿਆ, ਜਿੰਨਾ ਸਾਲਨ ਸੀ ਨਾ ਬਚਿਆ ਹੋਇਆ ਉਹਨਾਂ ਮੈਂ ਆਟਾ ਗੁੰਨ ਲਿਆ। ਇਹਦੇ ਵਿੱਚ 2 ਛੋਟੀ ਬਣਾ ਲਾਂਗੇ। ਮੈਂ ਸੋਚਿਆ ਸੀ ਕਿ ਇੱਕ ਹੀ ਬਣਾ ਲੈਣੀ ਹੈ ਬੜੀ, ਅਤੇ ਉਹਨੂੰ ਫਿਰ ਅੱਧੀ ਕਰ ਲਾਂਗੇ, ਪਰ ਮੈਂ ਕਹਿੰਦੀ ਵੀ 2 ਛੋਟੀਆਂ ਬਣਾ ਲਓ
तो पूरी रोटी बन जाएगी। इस तरह 2 रोटियां बन जाएंगी। तो इस समय 2 मुनसफाना तकसीम हम करने लगे हैं इसकी कि 2 छोटे छोटे पेड़े बना लाँगे, ये बन जाएंगी ने 2 रोटियां। तो साडा जिहड़ा ना डंग टप जाना वे। तो इस तरह के कहते हैं बच्चिया खुच्छिया जिहड़ा सालन है ना ज़ाया नहीं करीदा। कि कहते हैं बई रोटी होवे सालन होवे उन तुसीं ज़रूर खा लो। और रोटी विच ते सेहत है, अगर तुसीं बई रोटी खांदे हो उहदे विच सेहत है। तो बहरहाल है जी कि कहते ने शबीर हुसैन साहब फिर ना कह देन बई इन्ना सरफा ना करिया करो। ये सरफा नहीं हुंदा, इस तरह की चीज़ आ जिहड़ा मैं करदी रहनी आ ना, क्योंकि साडे बड़े बजुर्ग जिहड़े सन उन्होंने सानू यही सिखाया कि रिजक की कदर करना। तो असी की कहते हैं शायद आखिरी पीढ़ी हाँ रिजक की कदर करने वाले, या शायद होर भी लोग होणगे, पर है कि असी तो रिजक की कदर करने असी वो लोग हाँ कि जिन्होंने माँ बाप कहते होंगे सन कि रोटी की बुरकी डिग जानी हथों तो उन्होंने कहना कि चुमो तो खा लवो। तो असी की कहने खा लेने होंगे सा कि साडे नबी पाक सल्लल्लाहु अलैहि वसल्लम ने भी हज़रत फातिमा के घर एक दिन गए तो उत्थे फिर देखिया ना बच्चों ने रोटी का टुकड़ा खेलते खेलते खाते खाते कितने सुट दिता सी। उन्होंने कहा फातिमा इज्जतदार चीज़ की इज्जत करो। तो एक रोटी बड़ी इज्जत है, अल्लाह अनाज जड़ा सानू देंदा वे कितनी मुश्किल ना एक दाना बनता वे और कितनी मुश्किल के नाल जड़ा वे असी साढ़े तक पहुँचता वे, किन्ने लोगों का खून पसीना ये शामिल होंदा वे। और फिर असी क्योंकि कहते हैं जो हिसाब होना वे ना तो जो तुसी रिजक ज़ाया किया होएगा ना तो अल्लाह पाक ने कहना बस मैनू एक दाना बना के तुसी दिखा दवो। सानू तो साढ़े वड्डे इस तरह डरावा देंदे होंदे सन। हुण पता नहीं इस गल च कितनी सदाकत है, लेकिन यह तो पता है ना कि हिसाब किताब तो होना है ना साडा। जिन्ना अल्लाह ने जिन्हों नवाजिया वे जिन्ना दिता वे उहदा हिसाब किताब भी उन्ना ही होना वे। तो वह फिर अल्लाह ताला कहणगे लो भी बंदिया तो रिजक नूं ज़ाया तो बहुत करना से, लेकिन इस रिजक का एक दाना तो बना के दिखा। तो बंदे को एक दाना नहीं बनेगा। तो फिर उस बंदा उस वेले बड़ा परेशान होएगा, पर उस वेले कुछ हो नहीं सकता, उस वेले बिल्कुल कुछ नहीं हो सकता क्योंकि वक्त गुजर चुकिया होएगा। तो लो जी असी सोहना सोहना परौठा बना लेने हो बंदिया मिट्टी दिया, हो बंदिया मिट्टी दिया, बंदिया मिट्टी दिया, हो बंदिया मिट्टी दिया, पूरा पूरा तोल बंदिया मिट्टी दिया, ओ सच्चा सच्चा बोल टुर जाना ए छड़ के यारो हसदा वसदा वेड़ा, 4 दिनां दे मेले थे जोगियां वाला फेरा हो बंदिया मिट्टी दिया, हो बंदिया मिट्टी दिया, हो बंदिया मिट्टी दिया, हो बंदिया मिट्टी दिया। ते बंदिया मिट्टी दिया मिट्टी की ढेरी बन जाना एक दिन जाके बंदे ने। ते आकड़ा यह फूता और ताड़ी शानो शौकत सब तरी दी तरी रह जानी है, कुछ भी नहीं नाल जाना ना। वो एक चंगा बोल वो किसी ने हमदर्दी का बोलिया अच्छा बोल, तो या फिर क्या कहते किसी कोई अपने हाथ ना की हुई नेकी जड़ी है ना वो ही नाल जानी, बाकी नाल कुछ भी नहीं जाना, सब दुनिया का माल है, दुनिया ते रह जाना वे। तो इस तो कोशिश है करनी चाहिए कि असी अपने यही हुक्म है ना कि अपने हाथ अख कान सब की हिफाजत करो, कान की हिफाजत करो कि असी गल ना सुनो, और अख की हिफाजत करो तो नाल जुबान की हिफाजत करो। कहते जुबान तो इन्नी खतरनाक चीज़ है कि अल्लाह पाक ने इन्हू 32 दंदां के अंदर रखा होया कि बई यह बड़ी फसादी है, तो इनू जरा दंदां के अंदर काबू करो। तो चलो जी पराठा साडा एक तो बन गई रोटी, एक मैं होर बनावांगी, पर है कि मैं पहले सब तो पहले जाके अपने हसबैंड को अंदर फड़ा के आ जानी हाँ। उन्होंने 2-3 दिन तो ना तबीयत ज़्यादा खराब हुई है, उन्होंने चक्कर आ रहे हैं बहुत ज़्यादा कि उठ के चल नहीं सक रहे हैं, तो उन्होंने तबीयत बिल्कुल ठीक नहीं है। तो इस तो उन्होंने फड़ के बाथरूम ले जाना पै रहा वे, तो उन्होंने मतलब खाना भी उत्थे देना पै रहा, उन्होंने तबीयत अजकल ज़्यादा खराब हुई है। तो असी सलाद भी चलो थोड़ा जहा मैं खुद भी लवांगी और यह रोटी उन्होंने फड़ा के मैं आ जानी हाँ। तो फिर असी आराम के नाल बैठ के मैं दूसरी रोटी पकानी हाँ, फिर तुहाडे नाल असी करने खिताब। लो जी सोहणिओ देख लवो असी एक अपना रोटी बना के लैके आ गए हैं, तो नाल मैं लैके आई हूँ मिर्च का अचार। मिर्च का अचार जड़ा ना मैनू बड़ा फेवरेट है, अंब का अचार भी खैर
ਖਾਂਦੇ ਨੇ ਲੋਕ, ਜ਼ਿਆਦਾਤਰ ਲੋਕ ਅੰਬ ਦਾ ਅਚਾਰ ਸ਼ੌਕ ਨਾਲ ਖਾਂਦੇ ਨੇ, ਅਤੇ ਮੈਨੂੰ ਮਿਰਚ ਦਾ ਅਚਾਰ ਜਿਹੜਾ ਨਾ ਬਹੁਤ ਚੰਗਾ ਲੱਗਦਾ ਵਾ। ਇਸ ਤੋਂ ਛੋਟੀ ਛੋਟੀ ਮਿਰਚਾਂ ਵਾਲਾ ਅਚਾਰ ਇਹ ਬੜਾ ਜ਼ਬਰਦਸਤ ਹੁੰਦਾ ਵੀ ਹੈ, ਅਤੇ ਫਿਰ ਮੈਂ ਲੈ ਕੇ ਆਉਂਦੀ ਆਪਣੇ ਵਾਸਤੇ, ਅਤੇ ਚਿੱਲੀ ਜਿਹੜਾ ਵੇ ਇਹ ਮੈਨੂੰ ਬੜਾ ਚੰਗਾ ਲੱਗਦਾ ਵਾ। ਤਾਂ ਚਲੋ ਜੀ, ਅਸੀਂ ਤੁਹਾਡੇ ਸਾਹਮਣੇ ਬਿਸਮਿਲ੍ਲਾ ਕਰਕੇ, ਇੰਨੀ ਨਰਮ ਰੋਟੀ ਹੈ ਕਿ ਹੱਥ ਦੇ ਨਾਲ ਬਸ ਕੁਲੀ ਕੁਲੀ ਰੋਟੀ। ਹੈਲੋ, ਓਏ ਹੋਏ ਹੋਏ, ਜ਼ਬਰਦਸਤ ਰੋਟੀ ਬਣੀ ਹੈ। ਅਗਰ ਤੁਸੀਂ ਨਾਲ ਦਹੀਂ ਵੀ ਲੈਣਾ ਚਾਹੋ, ਸਾਦਾ ਦਹੀਂ ਲੈ ਲਓ, ਰਾਇਤਾ ਲੈ ਲਓ, ਸੈਲਡ ਲੈ ਲਓ, ਇੱਕ ਰੋਟੀ ਬੜੀ ਮਜ਼ੇ ਦੀ ਹੈ। ਚਲੋ ਜੀ, ਅਸੀਂ ਕਾਮਯਾਬ ਹੋ ਗਏ ਆਪਣੇ ਮਿਸ਼ਨ ਵਿੱਚ ਕਿ ਅਸੀਂ ਕਿਆ ਫਰਿੱਜ ਵਿੱਚ ਪਿਆ ਵੇ, ਰੋਜ਼ੇ ਸ਼ੁਰੂ ਹੋ ਚੱਲੇ ਨੇ, ਇਹਦਾ ਤਾਂ ਕੰਮ ਨਿਬੇੜੀਏ ਨਾ। ਅਤੇ ਇਸ ਤਰ੍ਹਾਂ ਇੱਕ ਥੋੜ੍ਹੀ ਜਿਹੀ ਬਚੀ ਹੋਈ ਚੀਜ਼ ਦੇ ਨਾਲ ਵੀ ਤੁਸੀਂ ਪੇਟ ਭਰ ਸਕਦੇ ਹੋ, ਅਤੇ ਨਾਲ ਅੱਲਾ ਦਾ ਸ਼ੁਕਰ ਅਦਾ ਕਰ ਸਕਦੇ ਹੋ ਕਿ ਅੱਲਾ ਤੇਰਾ ਸ਼ੁਕਰ ਹੈ, ਤੂੰ ਸਾਨੂੰ ਰਿਜ਼ਕ ਅਤਾ ਕੀਤਾ। ਅਤੇ ਅਸੀਂ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਅਸੀਂ ਰਮਜ਼ਾਨ ਮੁਬਾਰਕ ਦੀ ਜਿਹੜੀ ਸਾਡੇ ਘਰ ਖਾਸ ਕੋਈ ਅਹਿਤਮਾਮ ਨਹੀਂ ਹੈ, ਕਿਉਂਕਿ ਅਸੀਂ ਸਮੋਸੇ ਪਕੌੜੇ ਅਸੀਂ ਨਹੀਂ ਖਾਂਦੇ, ਮੇਰੇ ਹਸਬੈਂਡ ਤਾਂ ਬਿਲਕੁਲ ਨਹੀਂ ਖਾਂਦੇ, ਪਰਹੇਜ਼ੀ ਖਾਣਾ। ਇਸ ਤੋਂ ਹੀ ਮੈਂ ਸਾਦਾ ਸਾਦਾ ਜਿਹਾ ਖਾਣਾ ਬਣਾਉਂਦੀ ਹਾਂ ਕਿ ਬਿਰਿਆਨੀਆਂ ਕੋਰਮੇ, ਉਹ ਦੌਰ ਗੁਜ਼ਰ ਗਿਆ। ਹੁਣ ਮੈਂ ਇਕੱਲੀ ਤਾਂ ਆਪਣੇ ਵਾਸਤੇ ਕੁਛ ਐਸੀਆਂ ਚੀਜ਼ਾਂ ਬਣਾਉਂਦੀ ਨਹੀਂ ਹਾਂ। ਜਿਸ ਰਾਫੇ ਹਾਊਸ ਜਾਂਦੀ ਹਾਂ, ਉਹ ਜਿੱਦਣ ਬਣਾਉਂਦੇ ਨੇ ਵੀਕਐਂਡ 'ਤੇ ਜਾਂ ਵਿੱਚ ਕੋਈ ਖਾਣਾ, ਫਿਰ ਮੈਂ ਉੱਧਰ ਜਾ ਕੇ ਖਾਣਾ ਖਾ ਲੈਂਦੀ ਹਾਂ। ਲੇਕਿਨ ਮੇਰੇ ਹਸਬੈਂਡ ਬਹੁਤ ਸਾਦਾ ਜਿਹਾ ਔਰ ਲਿਮਿਟਡ ਚੀਜ਼ਾਂ ਖਾਂਦੇ ਨੇ। ਅਤੇ ਚਲੋ ਜੀ ਠੀਕ ਹੈ, ਨਾ ਅਸੀਂ ਸਮੋਸਿਆਂ ਦਾ ਟੈਨਸ਼ਨ ਹੈ, ਨਾ ਪਕੌੜਿਆਂ ਦਾ ਟੈਨਸ਼ਨ ਹੈ, ਨਾ ਕੁਛ ਹੈ। ਸਾਨੂੰ ਬਸ ਇਹੀ ਟੈਨਸ਼ਨ ਹੈ ਕਿ ਸਾਡੀ ਵਿੱਚੋਂ ਅਸੀਂ ਟਾਈਮ ਕੱਢ ਕੇ ਤੁਹਾਡੇ ਨਾਲ ਗੱਲ ਕਰ ਲਿਆ ਕਰੀਏ। ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਅੱਜ ਦੱਸ ਦਿਓ। ਮੈਂ ਤੁਹਾਡੇ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ, ਜ਼ਰੂਰ ਦੱਸਿਓ ਕਿ ਅਗਰ ਤੁਸੀਂ ਰੋਜ਼ਿਆਂ ਵਿੱਚ ਆਉਂਦੇ ਹੋ ਮੇਰੇ ਵਿਹੜੇ 'ਚ ਟਾਈਮ ਕੱਢ ਕੇ, ਅਤੇ ਮੈਨੂੰ ਤਾਂ ਵੀ ਦੱਸ ਦਿਓ, ਅਤੇ ਚਲੋ ਫਿਰ ਮੈਂ ਕਰਾਂਗੀ। ਔਰ ਅਗਰ ਤੁਸੀਂ ਬਿਜ਼ੀ ਹੋ, ਜ਼ਾਰੇ ਬਿਜ਼ੀ ਮਹੀਨਾ ਵੀ ਹਰ ਇੱਕ ਲਈ ਇਬਾਦਤ ਦੇ ਹਵਾਲੇ ਨਾਲ, ਕੰਮਕਾਜ ਦੇ ਹਵਾਲੇ ਨਾਲ ਬੜਾ ਲੋਕ ਬਿਜ਼ੀ ਹੋ ਜਾਂਦੇ ਨੇ। ਅਤੇ ਅਗਰ ਤੁਸੀਂ ਬਿਜ਼ੀ ਹੋ, ਜਿਵੇਂ ਸਾਰਾ ਟਾਈਮ ਨਹੀਂ ਕੱਢ ਸਕਦੇ ਹੋ, ਤਾਂ ਵਿੱਚ ਕੋਈ ਐਸੀ ਗੱਲ ਨਹੀਂ ਹੈ। ਫਿਰ ਮੈਂ ਬਲੌਗ ਨਹੀਂ ਲਾਵਾਂਗੀ, ਅਤੇ ਫਿਰ ਅਸੀਂ ਈਦ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਕਰ ਦਾਂਗੇ ਕੁਛ। ਲੇਕਿਨ ਤੁਸੀਂ ਮੈਨੂੰ ਯੈਸ ਨੋ ਦੱਸਿਓ ਜ਼ਰੂਰ, ਤਾਂ ਕਿ ਮੈਨੂੰ ਆਈਡੀਆ ਹੋਵੇ। ਕਿਉਂਕਿ ਅਗਰ ਮੈਂ ਬਲੌਗ ਇਸ ਤਰ੍ਹਾਂ ਲਾ ਦਾਂਗੀ ਔਰ ਤੁਸੀਂ ਮੇਰੇ ਵਿਹੜੇ 'ਚ ਨਹੀਂ ਆਓਗੇ, ਤਾਂ ਉਹ ਵੀ ਬੜਾ ਫਿੱਕਾ ਫਿੱਕਾ ਜਿਹਾ ਮੈਨੂੰ ਲੱਗੇਗਾ। ਅਤੇ ਇਸ ਤਰ੍ਹਾਂ ਮੈਨੂੰ ਤੁਸੀਂ ਅਗਰ ਮੁੱਤਲਾ ਕਰ ਦੇਂਗੇ, ਆਪ ਆਪਣੀ ਖੈਰੀਅਤ ਸੇ ਮੁੱਤਲਾ ਕਰ ਦੀਜੀਏਗਾ, ਖਤ ਵਿੱਚ ਲਿਖਿਆ ਜਾਂਦਾ ਸੀ ਨਾ, ਅਤੇ ਮੈਨੂੰ ਦੱਸ ਦਿਓ ਕਿ ਤੁਸੀਂ ਆਓਗੇ ਮੇਰੇ ਵਿਹੜੇ 'ਚ, ਅਤੇ ਠੀਕ ਹੈ, ਫਿਰ ਅਸੀਂ ਆਪਣਾ ਸਿਲਸਿਲਾ ਜਾਰੀ ਰੱਖਾਂਗੇ। ਰੋਜ਼ਾਨਾ ਛੋਟਾ ਜਿਹਾ ਬਣਾ ਕੇ ਵਲੌਗ ਮੈਂ ਲਾ ਦਿਆ ਕਰਾਂਗੀ। ਇੱਕ ਅਸੀਂ ਮੇਰੇ ਤਾਂ ਬੜੇ ਜ਼ੇਨ 'ਚ ਨੇ ਕਿ ਅਸੀਂ ਬਚਪਨ ਦੇ ਰਮਜ਼ਾਨ ਦੇ ਹਵਾਲੇ ਨਾਲ ਜਿਹੜੇ ਕਿੱਸੇ ਨੇ ਅਸੀਂ ਉਹ ਸੁਣਾਉਣੇ ਨੇ, ਉਹ ਰਮਜ਼ਾਨ ਦੀਆਂ ਅਸੀਂ ਯਾਦਾਂ ਸ਼ੇਅਰ ਕਰਨੀਆਂ ਨੇ ਸਾਰਿਆਂ ਨੇ ਇੱਕ ਦੂਸਰੇ ਦੇ ਨਾਲ। ਪਰ ਇਹ ਕਿ ਜੇ ਤੁਹਾਡੇ ਕੋਲ ਟਾਈਮ ਹੋਵੇ ਨਾ, ਤਾਂ ਫਿਰ ਅਸੀਂ ਕੀ ਕਹਿੰਦੇ ਨੇ ਕਰਾਂਗੇ, ਵਰਨਾ ਕੋਈ ਐਸੀ ਗੱਲ ਨਹੀਂ ਹੈ, ਕੋਈ ਐਸਾ ਮਸਲਾ ਨਹੀਂ ਹੈ। ਅਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ, ਕਾਲੀਆਂ ਅੱਖਾਂ ਵਾਲੀ ਰਵਾਈ ਸਾਡੇ ਘਰ ਸ਼ੌਕ ਨਾਲ ਖਾਧੀ ਜਾਂਦੀ ਹੈ, ਰੋਟੀ ਨਾਲ ਵੀ ਅਤੇ ਚਾਵਲ ਪਾ ਕੇ ਵੀ। ਟੀਮੂ ਤੇ ਤੁਹਾਡੇ ਵਾਲਾਂ ਦਾ ਰੰਗ ਖਰਾਬ ਕਰ ਦਿੱਤਾ। ਚਲੋ ਤੁਸੀਂ ਹੁਣ ਅੰਕਲ ਦੇ ਹਾਣੀ ਬਣ ਗਏ ਹੋ ਇਸ ਤਰ੍ਹਾਂ। ਅਤੇ ਗਾਣਾ ਤਾਂ ਬਹੁਤ ਸੋਹਣੇ 'ਚ ਗਾਇਆ ਤੁਸੀਂ, ਬਹੁਤ ਆਲਾ, ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਹਾਨੂੰ ਗਾਣਾ ਵੀ ਚੰਗਾ ਲੱਗ ਗਿਆ। ਅਤੇ ਰਵਾਂ ਦੀਆਂ ਫਲੀਆਂ ਹੁੰਦੀਆਂ ਨਾ, ਉਹਦੇ ਤੋਂ ਨਿਕਲਦਾ ਲੋਬੀਆ, ਅਤੇ ਰਵਾਂ ਵੀ ਕਹਿੰਦੇ ਨੇ ਇਹਨੂੰ। ਅਤੇ ਉਹ ਇਹਦਾ ਰੋਂਗੀ ਵੀ ਨਾਮ ਹੈ, ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਨਾਂ ਨੇ, ਲੇਕਿਨ ਲੋਬੀਆ ਇੱਕ ਮਸ਼ਹੂਰ ਨਾਮ ਹੈ। ਅਤੇ ਇਸ ਤਰ੍ਹਾਂ ਮੁਖਤਲਿਫ ਜਗ੍ਹਾ 'ਤੇ ਮੁਖਤਲਿਫ ਦੇ ਚੁੱਲ੍ਹਾ ਮੈਂ ਦੇਖ ਰਹੀ ਸੀ ਬੰਦ ਕੀਤਾ ਕਿ ਨਹੀਂ, ਅਤੇ ਮੁਖਤਲਿਫ ਨਾਂ ਨੇ। ਬਹਿਰਹਾਲ ਇਹ ਕਿ ਤੁਹਾਨੂੰ ਅੱਛਾ ਲੱਗਿਆ, ਅਤੇ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਸਾਦਾ ਸਾਦਾ ਖਾਣਾ ਬਣਦਾ ਵੀ ਮੇਰੀ ਹਾਂਡੀ। ਵੈਸੇ ਵੀ ਜਦੋਂ ਇਸ ਤਰ੍ਹਾਂ ਮੇਰੇ ਹਸਬੈਂਡ ਬਿਮਾਰ ਨਹੀਂ ਸਨ, ਤਾਂ ਮੈਂ ਸਾਦਾ ਹੀ ਖਾਣਾ ਬਣਾਉਂਦੀ ਹੁੰਦੀ ਸਾਂ। ਲੇਕਿਨ ਬੱਚੇ ਜਦੋਂ ਫਿਰ ਇਸ ਏਜ ਵਿੱਚ ਸਨ, ਅਤੇ ਫਿਰ ਉਹਨਾਂ ਨੂੰ ਸਾਰੇ ਬਿਰਿਆਨੀਆਂ, ਕੋਰਮੇ, ਨਿਹਾਰੀ, ਕੋਫਤੇ, ਅਤੇ ਬੜਾ ਕੁਛ ਮੈਂ ਬਣਾਉਂਦੀ ਹੁੰਦੀ ਸਾਂ ਉਦੋਂ, ਕਿ ਬਿਲਕੁਲ ਉਹ ਕਹਿੰਦੇ ਸਿਰ ਖੁਰਕਣ ਦੀ ਫੁਰਸਤ ਨਹੀਂ ਹੁੰਦੀ ਸੀ ਕਿ ਬਈ ਹਰ ਬੱਚੇ ਦੀ ਫਰਮਾਇਸ਼ ਆ ਜਾਂਦੀ ਸੀ ਕਿ ਅਸੀਂ ਇਹ ਖਾਣਾ ਵੀ।
ਤੇ ਫਿਰ ਮੈਂ ਬਣਾ ਕੇ ਦੇਣੀ ਹੁੰਦੀ ਸਾਂ। ਹੁਣ ਬੱਚੇ ਬੜੇ ਹੋ ਗਏ ਨੇ ਤੇ ਉਹ ਕੀ ਕਹਿੰਦੇ ਉਹਨਾਂ ਦੀ ਬੇਗਮਾਂ ਹਾਜ਼ਰ ਨੇ ਤੇ ਉਹ ਬਣਾ ਦਿੰਦੀ ਕਹਿੰਦੇ। ਤੇ ਹੁਣ ਮੇਰਾ ਜਿਹੜਾ ਨਾ ਬਹੁਤ ਅਰਸਾ ਹੋ ਗਿਆ, ਮੈਨੂੰ ਐਸਾ ਲੱਗਦਾ ਮੈਂ ਕਦੀ ਕੋਫਤੇ ਜਾਂ ਬਰਿਆਨੀਆਂ ਜਾਂ ਨਿਹਾਰੀਆਂ ਜਾਂ ਇਹੋ ਜਿਹੀ ਚੀਜ਼ਾਂ ਕਦੀ ਮੈਂ ਬਣਾਈਆਂ ਹੀ ਨਹੀਂ ਨੇ, ਮੈਂ ਤਕਰੀਬਨ ਹੀ ਭੁੱਲ ਗਈ ਹਾਂ। ਹੁਣ ਬਸ ਸਾਦੀ ਹਾਂਡੀ 'ਤੇ ਆ ਗਏ ਅਸੀਂ, ਸਾਦੀ ਸਾਦੀ ਹਾਂਡੀ ਪਕਾਓ ਤੇ ਖਾਓ ਤੇ ਅੱਲਾ ਦਾ ਸ਼ੁਕਰ ਅਦਾ ਕਰੋ। ਬਹੁਤ ਸ਼ੁਕਰੀਆ ਜੀ, ਤੁਹਾਨੂੰ ਸਾਡੇ ਗਾਣਾ ਵੀ ਚੰਗਾ ਲੱਗਿਆ ਤੇ ਟੀਮੂ ਨੇ ਵਾਕਈ ਦੇਖੋ ਬੇੜਾ ਗਰਕ ਜਿਹੜੇ ਮੇਰੇ ਵਾਲਾਂ ਦਾ ਕੀਤਾ ਹੋਏ ਨਾ। ਤੇ ਚਲੋ ਕੋਈ ਨਹੀਂ, ਹੁਣ ਜੋ ਹੋਗਾ ਦੇਖਾ ਜਾਏਗਾ। ਤੇ ਗਾਣਾ ਵੀ ਤੁਹਾਨੂੰ ਪਸੰਦ ਆ ਗਿਆ। ਹੁਣ 1 ਮਹੀਨੇ ਲਈ ਸ਼ੈਤਾਨ ਨੇ ਜਿਹੜਾ ਕੈਦ ਹੋ ਜਾਣਾ ਜੀ। ਮਹੀਨਾ ਕੋਈ ਗਾਣੇ ਅਸੀਂ ਗਾਣੇ ਨਹੀਂ ਨੇ ਤੇ ਸ਼ੈਤਾਨ ਨੇ ਹੋ ਜਾਣਾ ਕੈਦ। ਤੇ ਅਸੀਂ ਫਿਰ ਉਸ ਤੋਂ ਬਾਅਦ ਈਦ ਤੇ ਜਾ ਕੇ ਗਾਣੇ ਗਾਣੇ ਨੇ, ਦੇ ਵਿੱਚ ਅਸੀਂ ਕੋਈ ਨਾਤ ਸੁਣਾਇਆ ਕਰਾਂਗੇ, ਕੋਈ ਅਸੀਂ, ਮੇਰਾ ਦਿਲ ਹੈ ਕਰ ਰਿਹਾ ਮੈਂ ਹੱਜ ਦੇ ਸਫ਼ਰ ਦਾ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਹੱਜ ਦਾ ਸਫ਼ਰ ਜਿਹੜਾ ਸੀ ਉਹ ਕਿਸ ਤਰ੍ਹਾਂ ਹੋਇਆ। ਹਾਲਾਂਕਿ ਮੈਂ ਪਹਿਲੇ ਵੀ ਬਿਆਨ ਕਰ ਚੁੱਕੀ ਹਾਂ ਆਪਣੇ ਉਹਦੇ ਵਿੱਚ, ਲੇਕਿਨ ਸਾਰੇ ਜਿਹੜੇ ਦੋਸਤ ਮੇਰੇ ਅੱਜ ਮਿਲਣ ਵਾਲੇ ਆਏ ਨੇ, ਹੱਜ ਦਾ ਸਫ਼ਰ ਤੇ ਉਹੀ ਰਹਿਣਾ ਨਾ, ਅਲਫਾਜ਼ ਦਾ ਰੱਦੋ ਬਦਲ ਹੋ ਜਾਏਗਾ, ਬਾਕੀ ਉਹੀ ਚੀਜ਼ਾਂ ਰਹਿਣੀਆਂ ਨੇ ਜਿਹੜੀਆਂ ਯਾਦਾਂ ਨੇ। ਤੇ ਅਗਰ ਤੁਸੀਂ ਚਾਹੋਗੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਮੈਨੂੰ ਬਸ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਸੁਣਨਾ ਚਾਹੁੰਦੇ ਹੋ, ਬਲੌਗ ਦੇਖਣਾ ਚਾਹੁੰਦੇ ਹੋ ਰਮਜ਼ਾਨ 'ਚ ਕਿ ਨਹੀਂ। ਤੇ ਚਲੋ ਜੀ ਠੀਕ ਹੈ। ਹਰਪ੍ਰੀਤ ਨੇ ਵੀ ਗਾਣਾ ਵੀ ਸਾਡਾ ਤਾਰੀਫ ਹੋ ਗਈ। ਅੱਜ ਇੱਕ ਅਧ ਗਾ ਲੈਂਦੇ ਹਾਂ ਬਸ, ਕੱਲ ਤੋਂ ਸ਼ੈਤਾਨ ਜਿਹੜਾ ਹੈ ਨਾ ਬਸ ਉਹ ਕਾਬੂ ਹੋ ਜਾਣਾ। मैं क्या करूँ राम मुझे बुढ़ा मिल गया, हाँ बुढ़ा मिल गया। ਤੇ ਚਲੋ ਜੀ ਬਹੁਤ ਸ਼ੁਕਰੀਆ। ਤੇ ਹਰਪ੍ਰੀਤ ਕੌਰ ਕਹਿੰਦੇ ਪਏ ਨੇ ਬਿਊਟੀਫੁਲ, ਉਹਨਾਂ ਨੇ ਵੀ ਬੜਾ ਡਿਲੀਸ਼ੀਅਸ, ਉਹਨੇ ਕਿਹਾ ਲੋਬੀ ਦਾ ਸਾਲਨ ਤੇ ਤੁਹਾਡਾ ਬੜਾ ਚੰਗਾ। ਤੇ ਹਰਪ੍ਰੀਤ ਨੂੰ ਤਾਂ ਹਮੇਸ਼ਾ ਹੀ ਮੈਂ ਚੰਗੀ ਲੱਗਦੀ ਆ ਕਿ ਉਹਨਾਂ ਨੇ ਇੰਨੀਆਂ ਤਾਰੀਫਾਂ ਕਰ ਦਿੰਦੇ ਨੇ। ਤੇ ਲੱਸੀ ਦੀ ਵੀ ਉਹਨਾਂ ਨੇ ਤਾਰੀਫ ਕੀਤੀ ਹੈ। ਤੇ ਬਹੁਤ ਸ਼ੁਕਰੀਆ ਹਰਪ੍ਰੀਤ ਕਿ ਤੁਸੀਂ ਸਾਡੇ ਵਿਹੜੇ 'ਚ ਆਉਂਦੇ ਹੋ ਔਰ ਇੰਨਾ ਅੱਛਾ ਤੁਸੀਂ ਕਮੈਂਟ ਕਰਦੇ ਹੋ ਨਾ ਕਿ ਔਰ ਨਾਲ ਸ਼ੁਕਰੀਆ ਅਦਾ ਕਰਦੇ ਨੇ। ਹਰਪ੍ਰੀਤ ਦੀ ਇਹ ਆਦਤ ਬੜੀ ਅੱਛੀ ਕਿ ਸ਼ੁਕਰੀਆ ਅਦਾ ਕਰਦੇ ਨੇ ਹਮੇਸ਼ਾ ਕਿ ਤੁਸੀਂ ਸਾਡੇ ਕੀ ਕਹਿੰਦੇ ਨੇ ਇੰਨੀ ਅੱਛੀ ਸ਼ੇਅਰਿੰਗ ਕਰਦੇ ਹੋ, ਸਾਨੂੰ ਉਹਨਾਂ ਜ਼ਮਾਨਿਆਂ 'ਚ ਲੈ ਕੇ ਜਾਂਦੇ ਹੋ, ਸਾਨੂੰ ਉੱਥੇ ਤੱਕ ਪਹੁੰਚਾਉਂਦੇ ਹੋ, ਸਾਡੀਆਂ ਯਾਦਾਂ ਰਿਫਰੈਸ਼ ਹੁੰਦੀਆਂ ਨੇ। ਤੇ ਉਹ ਫਿਰ ਹਰਪ੍ਰੀਤ ਸ਼ੁਕਰੀਆ ਵੀ ਅਦਾ ਕਰਦੇ ਨੇ। ਬਹੁਤ ਸ਼ੁਕਰੀਆ ਹਰਪ੍ਰੀਤ ਕਿ ਤੁਸੀਂ ਸਾਡੇ ਵਿਹੜੇ 'ਚ ਬਾਕਾਇਦਗੀ ਨਾਲ ਆਉਂਦੇ ਹੋ ਤੇ ਸਾਨੂੰ ਕੀ ਕਹਿੰਦੇ ਨੇ ਸ਼ੁਕਰੀਆ ਅਦਾ ਕਰਨ ਦਾ, ਜਵਾਬੀ ਸ਼ੁਕਰੀਆ ਅਦਾ ਕਰਨ ਦਾ ਮੌਕਾ ਦਿੰਦੇ ਹੋ। ਤੇ ਸੌਲਤ ਹੁਸੈਨ ਜਿਹੜੇ ਨੇ ਉਹਨਾਂ ਨੇ ਵੀ ਮੋਜੀ ਭੇਜਿਆ ਤੇ ਗੁੱਡ ਲਿਖਿਆ ਵੇ। ਤੇ ਬਾਕੀ ਲਾਇਬਾ ਨੇ ਲਿਖਿਆ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਲਾਇਬਾ, ਸਲਾਮ ਤੇ ਦਿਲ ਬਸ ਬਈ। ਉਸ ਤੋਂ ਬਾਅਦ ਫਿਰ ਲਾਇਬਾ ਦੀ ਸਾਰੀ ਕਹਾਣੀ ਮੁੱਕ ਜਾਂਦੀ ਹੈ। ਤੇ ਇਹਨਾਂ ਕਹਿੰਦੇ ਪਏ ਨੇ ਕਿ ਆਪਕਾ ਲੋਬੀਆ ਬਹੁਤ ਚੰਗਾ ਪਿਆ ਲੱਗਦਾ ਵੀ। ਉਹਨਾਂ ਨੇ ਕਿਹਾ ਬੜਾ ਅੱਛਾ ਲੱਗ ਰਿਹਾ ਮੈਨੂੰ, ਤੇ ਮੈਂ ਇਨਸ਼ਾਅੱਲਾ ਟਰਾਈ ਕਰਾਂਗੀ ਇਹ ਵਾਲਾ ਲੋਬੀਆ ਇਸ ਤਰ੍ਹਾਂ। ਪਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਨਾ ਸਾਦਾ ਹਾਂਡੀ ਖਾਂਦੇ ਹੋ ਤੇ ਬੜਾ ਹੀ ਚੰਗਾ ਲੱਗਦਾ ਵੇ, ਕਿ ਬੜਾ ਮੈਨੂੰ ਲੱਗਦਾ ਵੇ ਕਿ ਟੇਸਟੀ ਹੁੰਦੀ ਹੋਏਗੀ ਤੁਹਾਡੀ ਹਾਂਡੀ, ਕਿ ਬੜੀ ਸਾਦੀ ਸਾਦੀ ਜੀ ਹੁੰਦੀ ਹੈ। ਬਹੁਤ ਸ਼ੁਕਰੀਆ ਇੰਨਾ ਕਿ ਤੁਸੀਂ ਸਾਦੀ ਹਾਂਡੀ ਨੂੰ ਪਸੰਦ ਕਰਦੇ ਹੋ। ਬਹੁਤ ਜ਼ਿਆਦਾ ਮਿਰਚ ਮਸਾਲੇ ਜਿਹੜੇ ਨਾ ਹੁਣ ਮੈਂ ਹਾਂਡੀਆਂ 'ਚ ਇਸਤੇਮਾਲ ਨਹੀਂ ਕਰਨੀ ਆ। ਅੱਜ ਕੱਲ੍ਹ ਤਾਂ ਅਸੀਂ ਬਹੁਤ ਹੀ ਜ਼ਿਆਦਾ ਸਾਦਗੀ ਦੀ ਤਰਫ ਆ ਗਏ ਆ। ਹੋਰ ਕੋਈ ਆਵੇ ਨਾ ਆਵੇ, ਅਸੀਂ ਆ ਗਏ ਸਾਦਗੀ ਦੀ ਪਾਸੇ। ਕਿਉਂਕਿ ਅੱਜ ਤੋਂ ਕਈ ਸਾਲ ਪਹਿਲੇ ਮੇਰੇ ਹਸਬੈਂਡ ਨੂੰ ਨਾ ਹਾਰਟ ਅਟੈਕ ਆ ਗਿਆ ਸੀ ਅਚਾਨਕ। ਉਦੋਂ ਮੇਰੇ ਬੱਚੇ ਪੜ੍ਹ ਰਹੇ ਸਨ ਹਲੇ। ਤੇ ਕੀ ਕਹਿੰਦੇ ਨੇ ਬਿਲਕੁਲ ਬਹੁਤ ਸਾਲ ਪਹਿਲੇ ਦੀ ਗੱਲ ਹੈ। ਉਹ ਟਾਈਮ ਸਾਡੇ ਤੋਂ ਥੋੜ੍ਹਾ ਔਖਾ ਵੀ ਆ ਗਿਆ ਸੀ। ਤੇ ਕੀ ਕਹਿੰਦੇ ਨੇ ਕਿਉਂਕਿ ਜਦੋਂ ਕਮਾਉਣ ਵਾਲਾ ਹੀ ਪੈ ਜਾਂਦਾ ਵੀ ਤਾਂ ਫਿਰ ਥੋੜ੍ਹੇ ਮਸਾਇਲ ਆ ਜਾਂਦੇ ਨੇ ਘਰ ਵਿੱਚ ਨਾ। ਤੇ ਬਹੁਤ ਉਹਨਾਂ ਨੂੰ ਅਚਾਨਕ ਹਾਰਟ ਅਟੈਕ ਆਇਆ। ਉਹ ਫਿਰ ਉਹਨਾਂ ਨੂੰ ਬਸ ਅੱਲਾ ਨੇ ਜ਼ਿੰਦਗੀ ਲਿਖੀ ਹੋਈ ਸੀ, ਪਰ ਇਹ ਵੀ ਉਸ ਤੋਂ ਬਾਅਦ ਫਿਰ ਉਹਦਾ ਬਾਈਪਾਸ ਹੋਇਆ। ਤੇ ਬਾਈਪਾਸ ਤੋਂ ਬਾਅਦ ਕਈ ਮਹੀਨੇ ਉਹ ਬਿਮਾਰ ਰਹੇ। ਤੇ ਇਸ ਤਰ੍ਹਾਂ ਫਿਰ ਉਹ ਬੜਾ ਉਹ ਨਾਹੀਦ ਕਹਿੰਦੇ ਨਾ ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਓ ਬਾਜੀ। ਜ਼ਿੰਦਗੀ ਦੀ ਕਹਾਣੀ 'ਚ ਬੜੇ ਐਸੇ ਮੋੜ ਆਉਂਦੇ ਨੇ ਇਨਸਾਨ ਦੇ ਕਿ ਕਈ ਜਗ੍ਹਾ ਸਬਰ ਕੰਮ ਆ ਜਾਂਦਾ ਹੈ, ਕਈ ਜਗ੍ਹਾ ਜ਼ਬਤ ਕੰਮ ਆ ਜਾਂਦਾ ਹੈ, ਕਈ ਜਗ੍ਹਾ ਕਿਸੇ ਦੀ ਨਸੀਹਤ ਕੰਮ ਆ ਜਾਂਦੀ ਹੈ, ਕਿਸੇ ਜਗ੍ਹਾ ਤੁਹਾਡਾ ਕੀ ਕਹਿੰਦੇ ਨੇ ਜੋਸ਼ ਕੰਮ ਆ ਜਾਂਦਾ ਵੇ ਕਿ ਤੁਸੀਂ ਕਿਸੇ ਮਾਮਲੇ 'ਚ ਦਿਖਾ ਦਿੰਦੇ ਹੋ। ਬਹਿਰਹਾਲ ਹੈ ਕਿ ਜ਼ਿੰਦਗੀ ਦੀ ਕਹਾਣੀ ਬੜੀ ਔਖੀ। ਤੇ ਉਹ ਟਾਈਮ ਸਾਡੇ 'ਤੇ ਥੋੜ੍ਹਾ ਔਖਾ ਆਇਆ ਸੀ। ਹੋਰ ਵੀ ਕਈ ਔਖੇ ਟਾਈਮ ਆਉਂਦੇ ਨੇ, ਲੇਕਿਨ ਉਹ ਬੜਾ ਔਖਾ ਟਾਈਮ ਸੀ। ਬਹਿਰਹਾਲ ਹੈ ਕਿ ਅੱਲਾ ਹਰ ਚੀਜ਼ ਕਾਦਰ ਹੈ, ਉਹ ਕੱਟ ਦਿੰਦਾ ਉਸ ਟਾਈਮ ਨੂੰ। ਤੇ ਇਸ ਤਰ੍ਹਾਂ ਫਿਰ ਉਹਨਾਂ ਦਾ ਫਿਰ ਬਾਈਪਾਸ ਹੋਇਆ। ਫਿਰ ਬੜਾ ਸਾਨੂੰ ਕਮਾਲੀ ਪਰੇਸ਼ਾਨੀਆਂ ਵੀ ਆਈਆਂ ਔਰ ਬਹੁਤ ਕੁਝ ਹੋਇਆ। ਫਿਰ ਉਸ ਤੋਂ ਬਾਅਦ ਫਿਰ ਕਾਫੀ ਅਰਸਾ ਠੀਕ ਰਹੇ। ਫਿਰ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਜਿਹੜਾ ਨਾ ਵੇਨਸ ਬੰਦ ਹੋ ਗਈਆਂ ਸਨ। ਤੇ ਇੱਥੇ ਆ ਕੇ ਨਾ ਤੇ ਔਰ 6 ਸਾਲ ਪਹਿਲੇ ਫਿਰ ਦੁਬਾਰਾ ਉਹਨਾਂ ਨੇ 2 ਵੇਨ ਖੋਲ੍ਹੀਆਂ ਨੇ। ਤੇ ਇੱਕ ਵੇਨ ਜਿਹੜੀ ਆ ਉਹਨਾਂ ਨੇ ਕਿਹਾ ਉਨੀ ਜਗ੍ਹਾ ਹੀ ਨਹੀਂ ਕਿ ਅਸੀਂ ਉਹਨੂੰ ਖੋਲ੍ਹ ਸਕੀਏ। ਸਟੈਂਟ ਕੀ ਪਾਉਂਦੇ ਨਾ ਜਿਹੜਾ ਉਹ ਪਾਇਆ ਸੀ ਉਹਨਾਂ ਨੇ। ਉਹ ਫਿਰ ਇਸ ਤਰ੍ਹਾਂ ਉਹਨਾਂ ਦਾ ਸਿਲਸਿਲਾ ਚੱਲ ਰਿਹਾ। ਹੁਣ ਵੀ ਜਿਹੜਾ ਉਹਨਾਂ ਦੀ ਬਿਮਾਰੀ ਚੱਲ ਰਹੀ ਹੈ ਨਾ ਉਹ ਹਾਰਟ ਤੋਂ ਰਿਲੇਟਿਡ ਹੀ ਲੱਗ ਰਹੀ ਹੈ।
ਟੈਸਟ ਚੱਲ ਰਹੇ ਨੇ ਕਿ ਉਹਨਾਂ ਦਾ ਹਾਰਟ ਉਹਨਾਂ ਪੰਪ ਨਹੀਂ ਕਰ ਰਿਹਾ ਜਿੰਨਾ ਕਰਨਾ ਚਾਹੀਦਾ। ਇਸ ਤਰ੍ਹਾਂ ਜ਼ਿੰਦਗੀ ਦੇ ਕਈ ਮੌਕੇ ਆਉਂਦੇ ਨੇ, ਕਈ ਚੀਜ਼ਾਂ ਆਉਂਦੀਆਂ ਨੇ। ਅਸੀਂ ਫਿਰ ਹੁਣ ਮੈਂ ਜਦੋਂ ਤੋਂ ਮੇਰੇ ਹਸਬੈਂਡ ਦਾ ਫਿਰ ਇਸ ਤਰ੍ਹਾਂ ਹੋਇਆ ਸੀ ਨਾ, ਤੇ ਫਿਰ ਸਾਦਾ ਹਾਂਡੀ ਦੀ ਤਰਫ ਅਸੀਂ ਆ ਗਏ ਸਾਂ। ਇਹ ਬੱਚਿਆਂ ਨੂੰ ਮੈਂ ਬਣਾ ਦਿੰਦੀ ਸਾਂ, ਪਰ ਇਹਨਾਂ ਵਾਸਤੇ ਮੈਂ ਅਲੱਗ ਤੋਂ ਉਦੋਂ ਤੋਂ ਹੀ ਬਣਾਉਂਦੀ ਹਾਂ ਕਿ ਦਾਲ ਸਬਜ਼ੀ ਇਹ ਚੀਜ਼ਾਂ ਇਸ ਤਰਫ ਆ ਗਏ। ਤੇ ਇਹ ਵੀ ਕਿ ਬਸ ਇਸ ਤਰ੍ਹਾਂ ਚੱਲ ਰਿਹਾ ਸਿਲਸਿਲਾ। ਬਸ ਅੱਲਾ ਨੇ ਹਿੰਮਤ ਦਿੱਤੀ ਹੋਈ ਹੈ, ਕਰ ਰਹੇ ਹਾਂ। कोई तो है जो निज़ामे हस्ती चला रहा है, वही खुदा है, वही खुदा है, वही खुदा है। दिखाई देना नजर में भी जो समा रहा है, वही खुदा है, वही खुदा है, वही खुदा है। ते ਉਹੀ ਖੁਦਾ ਵੇ ਜਿਹੜਾ ਨਿਜ਼ਾਮ ਹਸਤੀ ਚਲਾ ਰਿਹਾ ਵੇ, ਉਹੀ ਪਰੇਸ਼ਾਨੀਆਂ ਨੂੰ ਖਤਮ ਕਰਦਾ ਵੇ, ਉਹੀ ਸਾਨੂੰ ਹਿੰਮਤ ਦਿੰਦਾ ਵੇ ਜ਼ਿੰਦਗੀ ਦੇ ਮਾਮਲਾਂ 'ਚ ਅੱਗੇ ਵਧਣ ਵਾਸਤੇ। ਤੇ ਲਿਖਦੇ ਪਏ ਨੇ ਫਰੀਹਾ ਕਹਿੰਦੇ ਪਏ ਨੇ ਕਿ ਬਈ ਉਹਨਾਂ ਨੇ ਕਿਹਾ ਕਿ ਉਹ ਬੜਾ ਲਵ ਭੇਜਿਆ। ਉਹਨਾਂ ਨੇ ਕਿਹਾ ਕਿ ਮੈਨੂੰ ਬੜਾ ਚੰਗਾ ਲੱਗਦਾ ਵੇ ਕਿ ਤੁਸੀਂ ਜਿਹੜਾ ਨਾ ਕਮੈਂਟ ਦਾ ਰਿਸਪੌਂਡ ਕਰਦੇ ਹੋ, ਰਿਪਲਾਈ ਕਰਦੇ ਹੋ, ਤਾਂ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਇਹ ਚੀਜ਼। ਤੇ ਬਾਕੀ ਉਹਨਾਂ ਨੇ ਕਿਹਾ ਤੁਹਾਡੀ ਆਵਾਜ਼ ਬੜੀ ਚੰਗੀ ਹੈ, ਤੇ ਅੱਲਾ ਪਾਕ ਇਸ ਤਰ੍ਹਾਂ ਹੀ ਤੁਹਾਨੂੰ ਜਿਹੜਾ ਨਾ ਕਰੇ ਔਰ ਤੁਹਾਨੂੰ ਕਾਮਯਾਬੀਆਂ ਤੇ ਲੰਬੀ ਨਾਲ ਉਹਨਾਂ ਨੇ ਲਿਖਿਆ ਕਿ ਸਿਹਤ ਦੇਵੇ ਤੇ ਨਾਲ ਤੁਹਾਨੂੰ ਕਾਮਯਾਬੀ ਅਤਾ ਕਰੇ। ਬਹੁਤ ਸ਼ੁਕਰੀਆ ਫਰੀਹਾ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਸਾਡੀ ਕਾਮਯਾਬੀ ਲਈ ਵੀ ਦੁਆ ਕੀਤੀ। ਬਸ ਲੱਗੇ ਪਏ ਆ ਅਸੀਂ। ਅਸਲ 'ਚ ਬਹੁਤ ਜ਼ਿਆਦਾ ਜਿਹੜਾ ਨਾ ਇਸ ਤਰ੍ਹਾਂ ਹੋ ਗਿਆ ਸੀ ਨਾ ਕਿ ਬਈ ਕਰੋਨਾ ਵਿੱਚ ਇਸ ਤਰ੍ਹਾਂ, ਤਾਂ ਬਸ ਇੱਕ ਚੈਨਲ ਬਣਾ ਲਿਆ, ਲੱਗ ਪਈ ਮੈਂ। ਦੇਖੋ ਬਹੁਤ ਜ਼ਿਆਦਾ ਮੈਨੂੰ ਕੁਝ ਪਤਾ ਵੀ ਨਹੀਂ ਸੀ, ਤੇ ਬਸ ਫਿਰ ਇਸ ਤਰ੍ਹਾਂ ਸਿਲਸਿਲਾ ਚੱਲ ਰਿਹਾ ਵੇ ਤੇ ਤੁਹਾਡੇ ਦੋਸਤਾਂ ਦਾ ਸਾਥ ਹੋ ਜਾਂਦਾ ਵੇ ਨਾ, ਤੇ ਮੈਨੂੰ ਫਿਰ ਅੱਛਾ ਲੱਗਦਾ। ਇਹ ਕਮੈਂਟ ਨਹੀਂ ਨੇ, ਮੈਂ ਕਈ ਦਫਾ ਕਿਹਾ, ਬੜੇ ਮੇਰੇ ਵਾਸਤੇ ਖਜ਼ਾਨੇ ਨੇ ਕਿ ਮੈਂ ਦਿਨ ਭਰ ਜਿਹੜਾ ਨਾ ਫਿਰ ਹੁੰਦੀ ਹਾਂ ਤੁਹਾਡੇ ਕਮੈਂਟ ਪੜ੍ਹ ਲੈਂਦੀ ਹਾਂ, ਬੜੀ ਖੁਸ਼ ਹੋ ਜਾਂਦੀ ਹਾਂ ਮੈਂ। ਤੇ ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ। ਤੇ ਫਿਰ ਮੈਨੂੰ ਅੱਛਾ ਲੱਗਦਾ ਵੇ ਕਿ ਅਗਰ ਤੁਸੀਂ ਮੇਰੇ ਵਿਹੜੇ 'ਚ ਆਉਂਦੇ ਹੋ, ਗੱਲ ਕਰਦੇ ਹੋ, ਮੈਨੂੰ ਰਿਸਪੌਂਸ ਦਿੰਦੇ ਹੋ, ਤਾਂ ਮੇਰਾ ਵੀ ਬਣਦਾ ਵੇ ਕਿ ਮੈਂ ਤੁਹਾਡੀ ਗੱਲ ਦਾ ਜਵਾਬ ਦੇਵਾਂ। ਇਹ ਤਾਂ ਨਹੀਂ ਹੈ ਕਿ ਇਕੱਲੀ ਤੁਸੀਂ ਮਤਲਬ ਆ ਕੇ ਕਹਿ ਜਾਵੋ ਔਰ ਮੈਂ ਨਾ ਤੁਹਾਡਾ ਜਵਾਬ ਦੇਵਾਂ। ਤੇ ਬਸ ਐਵੇਂ ਕਿ ਚੰਦ ਦੋਸਤਾਂ ਦਾ ਸਾਥ ਹੀ ਤੇ ਵਕਤ ਜਿਹੜਾ ਵੇ ਚੰਗਾ ਸਾਡਾ ਕੱਟ ਰਿਹਾ। चले तो कट ही जाएगा सफर, आहिस्ता आहिस्ता हम उसके पास जाते थे, मगर आहिस्ता आहिस्ता आहिस्ता। ਤੇ ਚਲੋ ਜੀ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ। ਫਰੀਹਾ ਤੁਹਾਡੀ ਮੁਹੱਬਤਾਂ ਦਾ ਬੜਾ ਸ਼ੁਕਰੀਆ। ਤੇ ਉਸ ਤੋਂ ਬਾਅਦ ਨਸਰੀਨ ਆ ਗਏ ਨੇ। ਨਸਰੀਨ ਕਹਿੰਦੇ ਪਏ ਨੇ ਵਾਲੇकुम अस्सलाम जी, हमारे मज़हब कितना प्यारा है कि अल्लाह पाक ने बेटा हो या बेटी हो, ਉਹਨੂੰ ਦੋਨਾਂ ਨੂੰ ਨਾ ਜਿਹੜਾ ਦਿੱਤਾ ਵੇ ਕਿ ਉਹਨਾਂ ਦੀ ਰਾਏ ਪੁੱਛੀ ਜਾਵੇ। ਜੀ ਬਿਲਕੁਲ, ਬਹੁਤ ਅੱਛੀ ਗੱਲ ਹੈ ਕਿ ਅਸੀਂ ਆਪਣੇ ਮਜ਼ਹਬ 'ਤੇ ਅਮਲ ਕਰੀਏ ਕਿ ਬੇਟੀ ਦਾ ਵੀ ਉਨਾ ਹੀ ਹੱਕ ਹੁੰਦਾ ਵੇ ਕਿ ਬੇਟੀ ਕੋਲੋਂ ਪੁੱਛਿਆ ਜਾਵੇ, ਉਹਦੀ ਰਾਏ ਲਈ ਜਾਵੇ ਔਰ ਫਿਰ ਉਹ ਕੀਤਾ ਜਾਵੇ, ਔਰ ਬੇਟੇ ਕੋਲੋਂ ਵੀ ਪੁੱਛਿਆ ਜਾਵੇ। ਜ਼ਿੰਦਗੀ ਉਹਨਾਂ ਨੇ ਗੁਜ਼ਾਰਨੀ ਹੁੰਦੀ ਹੈ। ਲੇਕਿਨ ਉਹ ਕੁਝ ਜ਼ਮਾਨੇ ਪਹਿਲੇ ਐਸੇ ਸਨ ਕਿ ਇੰਨਾ ਜ਼ਰੇ ਉਹਦੇ ਵਿੱਚ ਮੈਂ ਨਹੀਂ ਸਮਝਦੀ ਕਿ ਸਾਡੇ ਮਾਂ-ਬਾਪ ਦਾ ਕਸੂਰ ਸੀ ਜਾਂ ਉਹ ਕਿਉਂਕਿ ਜ਼ਮਾਨਾ ਹੀ ਐਸਾ ਸੀ। ਲੋਕ ਜੋ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਆਹਿਸਤਾ ਆਹਿਸਤਾ ਜ਼ਮਾਨਾ ਬਦਲਦਾ ਵੇ, ਉਹਨਾਂ ਨੂੰ ਜੋ ਸਮਝ ਲੱਗਦੀ ਸੀ ਨਾ, ਉਹ ਫਿਰ ਅੱਛਾ ਹੀ ਕਰਦੇ ਸਨ। ਕਦੀ ਵੀ ਕੋਈ ਮਾਂ-ਬਾਪ ਇਸ ਤਰ੍ਹਾਂ ਆਪਣੇ ਔਲਾਦ ਵਾਸਤੇ ਬੁਰਾ ਨਹੀਂ ਸੋਚਦਾ, ਉਹ ਅੱਛਾ ਹੀ ਸੋਚਦੇ ਨੇ ਜੋ ਸੋਚਦੇ ਨੇ। ਪਰ ਕਿ ਕਹਿੰਦੇ ਨੇ ਰਾਏ ਜ਼ਰੂਰ ਲੈਣੀ ਚਾਹੀਦੀ ਹੈ। ਔਰ ਅੱਜ ਦਾ ਜ਼ਮਾਨਾ ਤਾਂ ਐਸਾ ਆ ਗਿਆ ਵੇ ਕਿ ਜ਼ਰੂਰ ਰਾਏ ਲੈਣੀ ਚਾਹੀਦੀ। ਬੇਟਾ ਬੇਟੀ ਦੀ ਰਿਸ਼ਤਾ ਅਗਰ ਆਇਆ ਵੇ ਤਾਂ ਤੁਸੀਂ ਉਹਨਾਂ ਕੋਲ ਰਾਏ ਜ਼ਰੂਰ ਲਵੋ। ਔਰ ਕੀ ਕਹਿੰਦੇ ਨੇ ਇਹ ਬਹੁਤ ਅੱਛਾ ਵੇ। ਸਾਡਾ ਮਜ਼ਹਬ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੇ। ਉਹ ਨਿਕਾਹ ਦਾ ਮਕਸਦ ਹੀ ਕੀ ਹੈ? 3 ਦਫਾ ਪੁੱਛਿਆ ਜਾਂਦਾ ਤੈਨੂੰ ਕਬੂਲ ਹੈ, ਤੈਨੂੰ ਕਬੂਲ ਹੈ, ਕਬੂਲ ਹੈ। ਉਹ ਇਹੀ ਤਾਂ ਹੈ ਵੀ ਕਿ ਉਹਦੇ ਕੋਲ ਜੇ ਕਬੂਲ ਹੈ ਤਾਂ ਕਬੂਲ ਕਰੇ, ਤੇ ਜੇ ਨਹੀਂ ਕਬੂਲ ਤੇ ਨਾ ਕਰੇ। ਤੂੰ ਮੁਝੇ ਕਬੂਲ, मैं तुझे कबूल, तू मुझे कबूल, मैं तुझे कबूल। इस बात का
खुदा गवाह, खुदा गवाह, खुदा गवाह। ਤੇ ਬਾਕੀ ਇਸਮਾਈਲ ਬੇਗ ਸਾਹਿਬ ਆਏ ਨੇ ਸਾਡੇ ਵਿਹੜੇ 'ਚ। ਬਹੁਤ ਸ਼ੁਕਰੀਆ ਇਸਮਾਈਲ ਬੇਗ ਸਾਹਿਬ ਕਿ ਤੁਸੀਂ ਆ ਗਏ ਹੋ, ਵਰਨਾ ਤੁਸੀਂ ਤੇ ਲੰਬੀਆਂ ਛਾਲਾਂ ਮਾਰ ਜਾਂਦੇ ਹੋ, ਪਤਾ ਨਹੀਂ ਕਿੱਥੇ ਗਾਇਬ ਹੋ ਜਾਂਦੇ ਹੋ। ਤੇ ਬਹਰਹਾਲ ਤੁਸੀਂ ਆਏ, ਤੁਸੀਂ ਪੁੱਛਿਆ ਕਿ ਮਦਰਸੇ ਦੀ ਫੀਸ ਕਿੰਨੀ ਹੈ ਤੇ ਕਿੰਨੇ ਸਾਲ 'ਚ ਨਾਜ਼ਰਾ ਔਰ ਹਿਫਜ਼ ਕਰਵਾਉਂਦੇ ਨੇ ਤੇ ਅਰਬੀ ਗ੍ਰਾਮਰ ਔਰ ਕੁਰਾਨ ਪਾਕ ਦਾ ਤਰਜਮਾ ਵੀ ਸਿਖਾਉਂਦੇ ਨੇ। ਬਹੁਤ ਸ਼ੁਕਰੀਆ। ਤੁਸੀਂ ਕੱਲ੍ਹ ਵੀ ਇੱਕ ਕੁਐਸਚਨ ਕੀਤਾ ਸੀ ਕਿ ਬਈ ਬੱਚੇ ਕਿੰਨੇ ਨੇ ਕਲਾਸ ਵਿੱਚ, ਤੇ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜਿਹੜਾ ਹੈ ਨਾ ਮੈਂ ਕੱਲ੍ਹ ਦੇਵਾਂਗੀ। ਕਿ ਅੱਜ ਮੈਂ ਰਾਫੇ ਹਾਊਸ ਜਾਣਾ ਵੇ ਤੇ ਮੈਂ ਉੱਥੋਂ ਫਿਰ ਪੁੱਛ ਕੇ ਆਵਾਂਗੀ ਨਾ, ਤੇ ਫਿਰ ਮੈਂ ਤੁਹਾਨੂੰ ਸਹੀ ਗੱਲ ਦੱਸਾਂਗੀ ਕਿ ਉਹਦੇ ਵਿੱਚ ਕੋਈ ਗਲਤੀ ਦਾ ihtimal ਨਾ ਰਵੇ। ਲੇਕਿਨ ਫੀਸ ਕੋਈ ਬਹੁਤ ਜ਼ਿਆਦਾ ਨਹੀਂ, ਮੈਂ ਐਗਜ਼ੈਕਟ ਵੀ ਤੁਹਾਨੂੰ ਪੁੱਛ ਕੇ ਦੱਸ ਦੇਵਾਂਗੀ। ਤੇ ਬਾਕੀ ਐਵੇਂ ਕਿ ਹਿਫਜ਼ ਵੀ ਕਰਾਉਂਦੇ ਨੇ ਇੱਥੇ, ਔਰ ਕੁਰਾਨ ਪਾਕ ਦਾ ਤਰਜਮਾ ਅੰਗਰੇਜ਼ੀ ਵਿੱਚ ਟੀਚਰ ਦੱਸਦੇ ਨੇ, ਇੰਗਲਿਸ਼ ਤਰਜੁਮੇ ਦੇ ਨਾਲ ਬੱਚਿਆਂ ਨੂੰ, ਕਿਉਂਕਿ ਇੱਥੇ ਜ਼ਿਆਦਾ ਬੱਚੇ ਉਰਦੂ ਹੀ ਇੰਗਲਿਸ਼ ਹੀ ਜਾਣਦੇ ਨੇ ਨਾ, ਤੇ ਫਿਰ ਇੰਗਲਿਸ਼ ਦੇ ਵਿੱਚ ਦੱਸਦੇ ਨੇ। ਔਰ ਹਦੀਸਾਂ ਵੀ ਉਹਨਾਂ ਨੂੰ ਇੰਗਲਿਸ਼ ਵਿੱਚ ਹੀ ਫਿਰ ਦੱਸਿਆ ਜਾਂਦਾ ਵੀ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ। ਤੇ ਬਾਕੀ ਤੁਸੀਂ ਜਿਹੜਾ ਆਲਮਾ ਦਾ ਕੋਰਸ ਵੀ ਮਦਰਸਿਆਂ ਵਿੱਚ ਹੁੰਦਾ ਵੇ, ਕਿ ਬੱਚਾ ਜਾਂ ਬੱਚੀ ਆਲਮ ਬਣਨਾ ਚਾਹਵੇ ਤੇ ਆਲਮਾ ਉਹ ਵੀ ਕੋਰਸ ਦਸਤਿਆਬ ਨੇ। ਤੇ ਇਹ ਬਹੁਤ ਸਲੋ ਪੜ੍ਹਾਉਂਦੇ ਨੇ, ਆਹਿਸਤਾ ਆਹਿਸਤਾ ਪੜ੍ਹਾਉਂਦੇ ਨੇ, ਜਲਦਬਾਜ਼ੀ 'ਚ ਨਹੀਂ ਪੜ੍ਹਾਉਂਦੇ, ਥੋੜ੍ਹਾ ਥੋੜ੍ਹਾ ਸਬਕ ਦਿੰਦੇ ਨੇ ਤਾਂ ਕਿ ਬੱਚੇ ਨੂੰ ਅੱਛੀ ਤਰ੍ਹਾਂ ਜ਼ਹਿਨ ਨਸ਼ੀਨ ਵੀ ਹੋਵੇ ਤੇ ਬੱਚਾ ਥੋੜਾ ਟਾਈਮ ਲਾਵੇ। ਕਿਉਂਕਿ ਇੱਥੇ ਸਭ ਤੋਂ ਬੜਾ ਮਸਲਾ ਹੈ ਕਿ ਬੱਚੇ ਜਿਵੇਂ ਥੋੜੇ ਬੜੇ ਹੁੰਦੇ ਨੇ ਜਾਂ ਉਹ ਬਾਹਰ ਚਲੇ ਜਾ, ਹਾਈ ਸਕੂਲ 'ਚ ਬੱਚੇ ਪਹੁੰਚਦੇ ਨੇ ਨਾ, ਤੇ ਬੱਚੇ ਫਿਰ ਆਪਣੀ ਮਰਜ਼ੀ ਦੇ ਮਾਲਿਕ ਹੋ ਜਾਂਦੇ ਨੇ। ਇੱਥੇ ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ ਹੋ। ਇਸ ਤੋਂ ਫਿਰ ਪੈਰੈਂਟਸ ਜ਼ਿਆਦਾਤਰ ਖੁਦ ਵੀ ਕੋਸ਼ਿਸ਼ ਕਰਦੇ ਨੇ ਕਿ ਸਾਡਾ ਬੱਚਾ ਆ ਕੇ ਮਦਰਸੇ ਜਾਵੇ, ਤਾਂ ਕਿ 2-2.5 ਘੰਟੇ ਜਿਹੜੇ ਉਹਨੂੰ ਉੱਥੇ ਰਹਿਣਾ ਵੇ, ਉੱਥੋਂ ਥੱਕ ਹਾਰ ਕੇ ਆਏਗਾ, ਸੌਂ ਜਾਏਗਾ ਤੇ ਇੱਧਰ ਉੱਧਰ ਦੀਆਂ ਚੀਜ਼ਾਂ ਤੋਂ ਬਚ ਜਾਂਦਾ ਬੱਚਾ। ਤੇ ਇਸ ਤਰ੍ਹਾਂ ਫਿਰ ਲੋਕ ਖੁਦ ਵੀ ਕੋਸ਼ਿਸ਼ ਕਰਦੇ ਹੋ। ਮਦਰਸੇ ਵਾਲਿਆਂ ਦੀ ਵੀ ਇਹੀ ਪਾਲਿਸੀ ਹੈ ਕਿ ਆਓ ਵੀ 2-4 ਸਾਲ ਲਾਓ ਸਾਡੇ ਕੋਲ, ਤਾਂ ਕਿ ਤੁਸੀਂ ਇੱਧਰ ਉੱਧਰ, ਕਿਉਂਕਿ ਉਹੀ ਏਜ ਐਸੀ ਹੁੰਦੀ ਬੱਚੇ ਦੇ ਬਣਨ ਦੀ ਜਾਂ ਵਿਗੜਨ ਦੀ, ਉਹਦੇ ਵਿੱਚ ਫਿਰ ਮਦਰਸੇ ਵਾਲੇ ਭਰਪੂਰ ਨਾਲ ਤੁਹਾਡੇ ਸਾਥ ਦਿੰਦੇ ਨੇ। ਬਹੁਤ ਜਲਦੀ ਇਹ ਨਹੀਂ ਹੈ ਕਿ ਅੱਜ ਸ਼ੁਰੂ ਕੀਤਾ ਤੇ 6 ਮਹੀਨੇ 'ਚ ਕੁਰਾਨ ਪਾਕ ਖਤਮ ਕਰਾ ਦਿੰਦੇ, ਨਹੀਂ, ਥੋੜ੍ਹਾ ਥੋੜ੍ਹਾ ਸਬਕ ਦਿੰਦੇ ਨੇ ਔਰ ਆਰਾਮ ਨਾਲ ਪੜ੍ਹਾਉਂਦੇ। ਕਮ ਸੇ ਕਮ 3 ਸਾਲ ਲੱਗਦੇ ਨੇ ਕੁਰਾਨ ਪਾਕ ख़त्म ਹੋਣ ਵਿੱਚ। ਔਰ ਉਸ ਤੋਂ ਬਾਅਦ ਫਿਰ ਅੱਗੇ ਫਿਰ ਕੁਛ ਲੋਕ ਰਿਪੀਟ ਕਰਵਾਉਂਦੇ ਨੇ, ਕੁਛ ਲੋਕ ਕਹਿੰਦੇ ਨੇ ਕਿ ਹੁਣ ਇਹਨਾਂ ਨੂੰ ਇਸ ਕਲਾਸ 'ਚ ਪਾ ਦੇਵੋ, ਕੁਛ ਲੋਕ ਆਲਿਮ ਦਾ ਕੋਰਸ ਬੱਚਿਆਂ ਨੂੰ ਕਰਵਾਉਂਦੇ ਨੇ ਤਾਂ ਕਿ ਬੱਚੇ ਫਿਰ ਦੀਨ ਵੱਲ ਰਹਿਣ, ਇੱਧਰ ਉੱਧਰ ਨਾ ਫਿਰਨ। ਤੇ ਇੰਨੀ ਜਲਦੀ ਜੜਨਾ ਨਹੀਂ ਇੱਥੇ ਕੁਰਾਨ ਪਾਕ ਜਿਹੜਾ ਹਿਫਜ਼ ਤੇ ਮੈਨੂੰ ਅੰਦਾਜ਼ਾ ਨਹੀਂ ਹੈ, ਲੇਕਿਨ ਨੂਰ ਫਾਤਮਾ ਨੇ ਪੜ੍ਹਿਆ ਜਿਹੜਾ, ਉਹ ਤਕਰੀਬਨ 3 ਸਾਲ ਲੱਗੇ ਤੇ ਫਿਰ ਜਾ ਕੇ ਉਹਦਾ ਕੁਰਾਨ ਪਾਕ ਖਤਮ ਹੋਇਆ। ਇੰਨੀ ਜਲਦੀ ਨਹੀਂ ਖਤਮ ਹੁੰਦਾ, ਲੇਕਿਨ ਬਹੁਤ ਅੱਛਾ। ਬਾਕੀ ਫੀਸ ਵਗੈਰਾ ਤਾਂ ਤੁਹਾਨੂੰ ਪੁੱਛ ਕੇ ਨਾ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦੇਵਾਂਗੀ। ਤੇ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ। ਇਹ ਅੱਜ ਸਾਡੇ ਕਈ ਸਾਥੀ ਗਾਇਬ ਰਹੇ, ਕਿ ਉਜ਼ਮਾ ਵੀ ਨਹੀਂ ਆਏ, ਨਸੀਮਾ ਡਾਰ ਵੀ ਨਹੀਂ ਆਏ, ਤੇ ਕਈ ਸਾਡੇ ਸਾਥੀ ਨਾਹੀਦ ਨਹੀਂ ਆਏ। ਪਤਾ ਨਹੀਂ ਜਾਨੇ ਹੁਣ ਰਮਜ਼ਾਨ, ਮੈਨੂੰ ਅੰਦਾਜ਼ਾ ਹੈਗਾ ਵੀ ਕਿ ਰਮਜ਼ਾਨ ਹੈ ਨਾ, ਤੇ ਸਾਰੇ ਆਪਣੀ ਤਿਆਰੀਆਂ 'ਚ ਲੱਗੇ ਹੋਏ ਨੇ, ਕਿਸੇ ਦਾ ਰਾਸ਼ਨ ਪਾੜਾ ਹੈ, ਔਰ ਖਾਸ ਕਰ ਔਰਤਾਂ ਨੂੰ ਜਿਹੜੀ ਵਕਤ ਪਿਆ ਹੋਇਆ ਨਾ, ਉਹ ਸਮੋਸਿਆਂ ਦਾ ਪਿਆ ਹੋਇਆ। ਰੋਲ ਸਮੋਸੇ ਹਰ ਘਰ 'ਚ ਬੱਚੇ, ਮੈਂ ਵੀ ਅਮਰੀਕਾ ਸਿਸਟਰ ਨਾਲ ਗੱਲ ਕੀਤੀ, ਉਹ ਵੀ ਲੱਗੇ ਨੇ ਰੋਲ ਬਣਾਉਣ। ਪਾਕਿਸਤਾਨ ਸਿਸਟਰ ਨਾਲ ਗੱਲ ਕੀਤੀ, ਉਹ ਵੀ ਰੋਲਾਂ 'ਤੇ ਲੱਗੇ ਹੋਏ। ਜਿਹਨਾਂ ਨਾਲ ਗੱਲ ਕਰੋ ਉਹ ਕਹਿੰਦੇ ਰੋਲ ਬਣਾਉਣੇ ਨੇ, ਸਮੋਸੇ ਬਣਾਉਣੇ। ਤੇ ਰੋਲ ਸਮੋਸੇ ਤੇ ਇਹਨਾਂ ਦੇ ਇੰਤਜ਼ਾਮਾਂ ਦੇ ਵਿੱਚ ਮਾਵਾਂ ਲੱਗੀਆਂ ਹੋਈਆਂ ਨੇ, ਜਾਂ ਕਿਸੇ ਨੇ ਗਰੋਸਰੀ ਕਰਨੀ ਹੈ, ਜਾਂ ਕਿਸੇ ਨੇ ਕੁਛ, ਤੇ ਮਸਰੂਫੀਅਤ ਚੱਲ ਰਹੀ ਹੈ। ਤੇ ਬਹਰਹਾਲ ਜਿੱਥੇ ਵੀ ਸਾਡੇ ਸਾਥੀ ਹੋਣ, ਅੱਲਾ ਕਰੇ ਹੱਸਦੇ ਰਹਿਣ ਤੇ ਵਸਦੇ ਰਹਿਣ ਤੇ ਠੀਕ ਠਾਕ ਹੋਣ। ਉਹਨਾਂ ਦੀ ਗੈਰ ਹਾਜ਼ਰੀ ਤੋਂ ਇਸ ਤੋਂ ਹੋ ਜਾਂਦਾ ਕਿ ਸਾਡੇ ਸਾਥੀ ਨੇ, ਸਾਨੂੰ ਉਹਨਾਂ ਦਾ ਪੁੱਛਣਾ ਸਾਨੂੰ ਇੱਕ ਹੋ ਜਾਂਦਾ ਵੇ ਕਿ ਵੀ ਅਸੀਂ ਉਹਨਾਂ ਨੂੰ ਪੁੱਛੀਏ ਉਹਨਾਂ ਦੀ ਖੈਰੀਅਤ। ਤੇ ਚਲੋ ਜੀ, ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ। ਗੱਲਬਾਤ ਸਾਡੀ ਅੱਛੀ ਖਾਸੀ ਹੋ ਗਈ ਹੈ, ਤੇ ਹੁਣ ਅਸੀਂ ਕੀ ਕਹਿੰਦੇ ਨੇ ਰਮਜ਼ਾਨੁਲ ਮੁਬਾਰਕ ਵਿੱਚ ਬਸ ਇੱਥੇ ਕੀ ਕਹਿੰਦੇ ਨੇ ਜਿਹੜਾ ਅੱਜ ਅਸੀਂ ਜਾਣਾ ਰਾਫੇ ਦੇ ਘਰ। ਹਾਂ, ਅੱਜ ਅਸੀਂ ਰਾਫੇ ਹਾਊਸ ਖਾਣਾ ਇਸ ਤੋਂ ਪਕਾਉਣ ਦਾ ਕੰਮ ਸਾਡਾ ਨਹੀਂ ਹੈ। ਇਹ ਦੁਪਹਿਰ ਨੂੰ ਥੋੜ੍ਹਾ ਜਿਹਾ ਪਿਆ ਸੀ, ਮੈਂ ਕਿਹਾ ਚਲੋ ਇਹਨੂੰ ਮੁਕਾ ਦਈਏ, ਰਾਤ ਨੂੰ ਅਸੀਂ ਉੱਥੇ ਜਾਣਾ ਵੇ, ਉੱਥੇ ਖਾਣਾ ਵੇ। ਤੇ ਹੁਣ ਦੇਖੋ ਕੀ ਖਾਂਦੇ ਹਾਂ ਜਾ ਕੇ। ਦਰਅਸਲ ਅਸੀਂ ਰਾਫੇ ਹਾਊਸ ਜਾਣਾ ਹੈ ਸ਼ਾਮ ਨੂੰ, ਤੇ ਬਾਕੀ ਕੱਲ੍ਹ ਤੋਂ ਫਿਰ ਰੋਜ਼ੇ ਅਗਰ ਹੋ ਜਾਂਦੇ ਨੇ ਸ਼ੁਰੂ ਜਾਂ ਪਰਸੋਂ ਤੋਂ, ਤੇ ਬਹਰਹਾਲ ਉਹ ਫਿਰ ਰੋਜ਼ਾ ਰੱਖਾਂਗੇ ਤਾਂ ਆਪਣੀ ਉਹੀ ਰੂਟੀਨ, ਖਾਣ ਪਕਾਉਣ ਦਾ ਇੰਨਾ ਕੰਮ ਨਹੀਂ ਹੋਏਗਾ ਸਾਡੇ ਤੇ। ਉਹੀ ਹਾਂਡੀ ਪੱਕਣੀ ਹੈ, ਉਹੀ ਆਟਾ ਗੁੰਨਿਆ ਜਾਣਾ ਵੇ, ਤੇ ਬਸ ਬਈ ਉਸ ਤੋਂ ਬਾਅਦ ਅਸੀਂ ਖਾ ਲੈਣਾ ਫਰੂਟ। ਬਹੁਤ ਲੰਬੇ ਚੌੜੇ ਚੱਕਰਾਂ 'ਚ ਅਸੀਂ ਪੈਣਾ ਨਹੀਂ ਹੈ, ਤੇ ਅੱਛੇ ਰੋਜ਼ੇ ਗੁਜ਼ਰ ਜਾਣੇ ਨੇ। ਕੋਸ਼ਿਸ਼ ਕਰਾਂਗੇ, ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਵਿੱਚ ਅਸੀਂ ਇਬਾਦਤ ਕਰੀਏ। ਬਰਕਤਾਂ ਵਾਲਾ ਮਹੀਨਾ ਵੇ, ਖਾਸ ਕਰ ਤਾਕ ਰਾਤਾਂ ਜਿਹੜੀਆਂ ਆਉਂਦੀਆਂ ਨੇ, ਉਹ ਫਿਰ ਲੋਕ ਜ਼ਿਆਦਾਤਰ ਕੋਸ਼ਿਸ਼ ਕਰਦੇ ਨੇ ਕਿ ਅਸੀਂ ਉਹ ਇਬਾਦਤ ਜਿੰਨੀ ਤੋਂ ਜਿੰਨੀ, ਇਹ ਤਾਂ ਹਰ ਬੰਦੇ ਦੀ ਆਪਣੀ ਦੌੜ ਹੈ ਨਾ, ਕਿ ਉਹ ਕਿੰਨੀ ਦੌੜ ਸਕਦਾ, ਕਿੰਨੀ ਕੁ ਦੂਰ ਦੌੜ ਸਕਦਾ, ਤੇ ਕਿੰਨਾ ਕੁ ਸਮੇਟ ਸਕਦਾ ਵੇ।
ਤੇ ਉਹ ਫਿਰ ਹਰ ਬੰਦਾ ਆਪਣੀ ਪੂਰੀ ਕੋਸ਼ਿਸ਼ ਕਰਦਾ ਵੇ ਈਮਾਨਦਾਰੀ ਦੇ ਨਾਲ ਕਿ ਬਈ ਅਸੀਂ ਇਸ ਮਹੀਨੇ ਬਰਕਤ ਮਹੀਨੇ ਦੀਆਂ ਬਰਕਤਾਂ ਸਮੇਟੀਏ। ਅੱਲਾ ਪਾਕ ਨੇ ਇੰਨਾ ਅੱਛਾ ਮਹੀਨਾ ਸਾਨੂੰ ਦਿੱਤਾ ਵੇ, ਅਤਾ ਕੀਤਾ ਵੇ। ਜਿਹੜੇ ਹਯਾਤ ਨੇ ਉਹਨਾਂ ਵਾਸਤੇ ਦਿਨ ਆਇਆ ਵੇ ਤੇ ਉਹ ਭਰਪੂਰ ਜਿਹਾ ਉਤਾਰਦੇ ਨੇ। ਸਾਡੇ ਰਾਫੇ ਵੀ ਮਾਸ਼ਾਅੱਲਾ ਰਾਫੇ ਵੀ ਰੋਜ਼ੇ ਰੱਖਦਾ ਵੇ। ਪੂਰੇ 3 ਸਾਲ ਹੋ ਗਏ ਨੇ ਰਾਫੇ ਪੂਰੇ ਰੋਜ਼ੇ ਰੱਖਦੇ ਨੇ। ਤੇ ਅਸੀਂ ਬਹੁਤ 3 ਸਾਲ ਪਹਿਲੇ ਤਾਂ ਬਹੁਤ ਛੋਟਾ ਸੀ, ਪਰ ਅਸੀਂ ਬਹੁਤ ਕਹਿੰਦੇ ਸਾਂ, ਪਰ ਉਹਨੇ ਇੰਨਾ ਸ਼ੌਕ ਹੈ। ਤੇ ਉਹ ਫਿਰ ਬੱਚਿਆਂ ਦੇ ਨਾ ਰੋਜ਼ਾ ਜਦੋਂ ਬੱਚਾ ਖੁਦ ਰੱਖਣਾ ਚਾਹੇ ਨਾ ਉਹਨੂੰ ਜ਼ਰੂਰ ਰੱਖਣਾ ਚਾਹੀਦਾ ਵੇ ਰੋਜ਼ਾ, ਕਿਉਂਕਿ ਫਿਰ ਇਸ ਤਰ੍ਹਾਂ ਹੀ ਬਚਪਨ ਦੀ ਆਦਤਾਂ ਫਿਰ ਪੈਂਦੀਆਂ ਨੇ। ਅਗਰ ਹੁਣ ਤੋਂ ਨਹੀਂ ਰੱਖੇਗਾ ਫਿਰ ਸ਼ਾਇਦ ਉਹਨੂੰ ਆਦਤ ਨਾ ਪਵੇ। ਤੇ ਰਾਫੇ ਮਾਸ਼ਾਅੱਲਾ 3 ਸਾਲ ਤੋਂ ਰੋਜ਼ਾ ਰੱਖ ਰਹੇ ਨੇ ਤੇ ਅਲਹਮਦੁਲਿਲਾ ਇਸ ਸਾਲ ਵੀ ਰੱਖਣਗੇ ਇਨਸ਼ਾਅੱਲਾ। ਨੂਰ ਫਾਤਮਾ ਵੀ ਰੱਖਦੀ, ਸਾਡੇ ਘਰ ਸਭ ਰੋਜ਼ਾ ਰੱਖਦੇ ਨੇ ਸਿਵਾਏ ਮੇਰੇ ਹਸਬੈਂਡ ਦੇ, ਉਹ ਨਹੀਂ ਰੱਖਦੇ। ਉਹਨਾਂ ਨੂੰ ਡਾਕਟਰ ਨੇ ਮਨਾ ਕੀਤਾ ਵੇ, ਉਹ ਨਹੀਂ ਹੁਣ ਰੱਖਦੇ ਰੋਜ਼ਾ। ਬਾਕੀ ਸਾਡੀ ਪੂਰੀ ਫੈਮਿਲੀ ਰੋਜ਼ਾ ਰੱਖਦੀ ਹੈ ਤੇ ਇਨਸ਼ਾਅੱਲਾ। ਤੇ ਯੂਸਫ ਹੋਰ ਇੱਥੇ ਸਨ ਤੇ ਯੂਸਫ ਵੀ ਰੋਜ਼ੇ ਮਾਸ਼ਾਅੱਲਾ ਇੱਥੇ ਸ਼ੁਰੂ ਕਰ ਦਿੱਤੇ ਸਨ। ਪਿਛਲੇ ਸਾਲ ਵੀ ਯੂਸਫ ਨੇ ਪੂਰੇ ਰੋਜ਼ੇ ਰੱਖੇ ਔਰ ਇਸ ਸਾਲ ਤੇ ਜਿਹੜਾ ਸ਼ਬਰਾਤ ਆਈ ਹੈ ਨਾ ਤੇ ਸ਼ਬਰਾਤ ਦਾ ਰੋਜ਼ਾ ਸੋਹਣਿਆਂ ਨੇ ਵੀ ਰੱਖ ਲਿਆ ਪੂਰਾ। ਤੇ ਮੈਨੂੰ ਬੜੀ ਖੁਸ਼ੀ ਹੋਈ ਉਸ ਦਿਨ ਕਿ ਕਹਿੰਦੇ ਨੇ ਸੋਹਣਿਆਂ ਨੇ ਜਦੋਂ ਦੱਸਿਆ ਕਿ ਮੈਂ ਅੱਜ ਸ਼ਬਰਾਤ ਦਾ ਰੋਜ਼ਾ ਉਹਨੂੰ ਵਜ਼ਿਦ ਸੀ ਬੱਚਾ ਕਿ ਮੈਂ ਰੱਖਣਾ ਵੇ, ਪਰ ਐਵੇਂ ਕਿ ਫਿਰ ਉਹਨੂੰ ਕਿ ਕਹਿੰਦੇ ਰਖਾ ਦਿੱਤਾ ਗਿਆ ਕਿ ਚਲੋ ਜਿੰਨਾ ਵੀ ਰੱਖ ਲੇਗਾ, ਲੇਕਿਨ ਉਹਨੇ ਮਾਸ਼ਾਅੱਲਾ ਪੂਰਾ ਕਰ ਲਿਆ। ਤੇ ਮੁਸਤਫਾ ਨੇ ਵੀ ਇਸ ਤੋਂ ਬੜੀ ਖੁਸ਼ੀ ਹੋਈ ਕਿ ਸ਼ਬਰਾਤ ਦਾ ਰੋਜ਼ਾ ਜਿਹੜਾ ਵੇ ਮੁਸਤਫਾ ਨੇ ਵੀ ਪੂਰਾ ਆਪਣਾ ਕੰਪਲੀਟ ਕੀਤਾ। ਤੇ ਹੁਣ ਮੇਰਾ ਖਿਆਲ ਅੱਲਾ ਪਾਕ ਹਿੰਮਤ ਦੇਵੇ ਤੇ ਇਸ ਸਾਲ ਉਹ ਵੀ ਨਾਲ ਰਲੇਗਾ। ਤੇ ਛੋਟੀ ਬਸਤੌਲ ਹਲੇ ਛੋਟੀ ਹੈ, ਬਾਕੀ ਉਸ ਤੋਂ ਇਲਾਵਾ ਸਭ ਰੋਜ਼ਾ ਸਾਡੇ ਘਰ ਰੱਖਦੇ ਨੇ ਅਲਹਮਦੁਲਿਲਾ। ਅੱਲਾ ਦਾ ਸ਼ੁਕਰ ਹੈ ਕਿ ਅਸੀਂ ਵੀ ਆਪਣੇ ਬਚਪਨ 'ਚ ਰੋਜ਼ੇ ਰੱਖੇ ਔਰ ਮੇਰੇ ਬੱਚੇ ਵੀ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਸ਼ੌਕ ਹੋ ਗਿਆ ਸੀ ਤੇ ਫਿਰ ਉਹ ਰੋਜ਼ੇ ਰੱਖਦੇ ਸਨ। ਤੇ ਇਸੇ ਤਰ੍ਹਾਂ ਹੀ ਬੱਚਿਆਂ ਦੇ ਸ਼ੌਕ ਜਦੋਂ ਹੁੰਦਾ ਹੈ ਨਾ ਤੇ ਉਹਨਾਂ ਨੂੰ ਜ਼ਰੂਰ ਰੋਜ਼ਾ ਰਖਾਉਣਾ ਚਾਹੀਦਾ। ਸਾਡਾ ਜਦੋਂ ਬਚਪਨ ਹੁੰਦਾ ਸੀ ਤੇ ਉਹ ਬੱਚਾ ਛੋਟਾ ਜਿਹੜਾ ਹੁੰਦਾ ਸੀ ਨਾ ਉਹਨੂੰ ਫਿਰ ਮਜ਼ਿਦ ਹੁੰਦਾ ਸੀ ਕਿ ਰੋਜ਼ਾ ਰੱਖਣਾ ਵੇ ਤੇ ਉਹਨੂੰ ਫਿਰ ਚਿੜੀ ਰੋਜ਼ਾ ਰਖਵਾ ਦਿੱਤਾ ਜਾਂਦਾ ਸੀ। ਇਹ ਚਿੜੀ ਰੋਜ਼ਾ ਰੱਖ ਲਿਆ, ਬਸ ਜਦੋਂ ਤੈਨੂੰ ਭੁੱਖ ਲੱਗੇਗੀ ਨਾ ਤੂੰ ਖੋਲ ਲਈ। ਔਰ ਕੁਝ ਲੋਕ ਇਸ ਤਰ੍ਹਾਂ ਕਹਿੰਦੇ ਬੱਚਿਆਂ ਦਾ ਰੋਜ਼ਾ 12 ਵਜੇ ਤੱਕ ਹੁੰਦਾ, ਬਸ 12 ਵਜੇ ਤੁਸੀਂ ਖਾ ਲਵੋ। ਤੇ ਉਹ ਚਿੜੀ ਰੋਜ਼ਾ ਬੱਚਿਆਂ ਨੂੰ ਰਖਵਾਇਆ ਜਾਂਦਾ ਸੀ। ਉਹ ਬੱਚਾ ਫਿਰ ਚਿੜੀ ਰੋਜ਼ਾ ਰੱਖ ਲੈਂਦਾ ਸੀ ਤੇ ਇਸ ਤਰ੍ਹਾਂ ਚਿੜੀ ਰੋਜ਼ਾ ਰੱਖਦੇ ਰੱਖਦੇ ਹੀ ਤੇ ਬੰਦਾ ਪੱਕੇ ਰੋਜ਼ਿਆਂ ਵੱਲ ਆ ਜਾਂਦਾ ਵੇ। ਤੇ ਅੱਲਾ ਪਾਕ ਜਿਹੜਾ ਵੇ ਸਾਰਿਆਂ ਨੂੰ, ਸਾਰੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਜਿਹੜਾ ਨਾ ਰਮਜ਼ਾਨੁਲ ਮੁਬਾਰਕ ਜਿਹੜਾ ਉਹਦੀ ਮੁਬਾਰਕਬਾਦਾਂ ਤੇ ਔਰ ਬਰਕਤ ਮਹੀਨਾ ਜਿਹੜਾ ਆਇਆ ਵੇ ਤੇ ਅੱਲਾ ਪਾਕ ਸਾਰਿਆਂ ਪੂਰੀ ਦੁਨੀਆ ਦੇ ਉੱਪਰ ਆਪਣਾ ਫਜ਼ਲ ਕਰੇ, ਆਪਣਾ ਰਹਿਮ ਕਰੇ, ਆਪਣਾ ਕਰਮ ਕਰੇ। ਤੇ ਮੈਂ ਤੁਹਾਡੇ ਕਮੈਂਟਸ ਦੀ ਮੁੰਤਜ਼ਰ ਰਵਾਂਗੀ। ਤੇ ਕੀ ਕਹਿੰਦੇ ਨੇ ਤੁਸੀਂ मैं मुंतजर कज़ा का हूँ आती कज़ा नहीं, दुनिया ये बेवफा है, दुनिया ये बेवफा है। ਤੇ ਦੁਨੀਆ ਇਹ ਬੇਵਫਾ ਹੈ। ਬਸ ਮੁੰਤਜ਼ਰ ਤੋਂ ਮੈਨੂੰ ਐਵੇਂ ਯਾਦ ਆ ਗਿਆ ਤੇ ਐਵੇਂ ਬਸ ਆਖਰੀ ਝਟਕੇ ਚੱਲ ਰਹੇ ਨੇ। ਹੁਣ ਗਾਣਾ ਨਹੀਂ ਗਾਣਾ ਸੀ ਰੋਜ਼ਿਆਂ ਵਿੱਚ, ਅਸੀਂ ਕੀ ਕਹਿੰਦੇ ਨੇ ਸਿਰਫ ਆਪਣੇ ਗੱਲਾਂ ਕਰਾਂਗੇ ਤੇ ਅਸੀਂ ਕੀ ਕਹਿੰਦੇ ਨੇ ਕੋਸ਼ਿਸ਼ ਕਰਾਂਗੇ ਕਿ ਨਾਤ ਕੋਈ ਪੜ੍ਹ ਦਈਏ। ਤੇ ਬਸ ਇਸ ਤਰ੍ਹਾਂ ਕਰਕੇ ਅਸੀਂ ਉਹਦੇ ਕਿੱਸੇ ਸੁਣਾਵਾਂਗੇ, ਬਚਪਨ ਦੇ ਕਿੱਸੇ ਸੁਣਾਵਾਂਗੇ, ਕਿਸ ਤਰ੍ਹਾਂ ਰੋਜ਼ਾ ਰੱਖਦੇ ਸਾਂ। ਤੁਸੀਂ ਆਪਣੀਆਂ ਯਾਦਾਂ ਮੇਰੇ ਨਾਲ ਸ਼ੇਅਰ ਕਰਿਓ ਤੇ ਨਾਲ ਅਸੀਂ ਆਪਣੇ ਹਜ ਸਫ਼ਰ ਦੀ ਦਾਸਤਾਨ ਕਰਾਂਗੇ ਕਿ ਕਿਸ ਤਰ੍ਹਾਂ ਹਜ ਦਾ ਸਫ਼ਰ ਕੀਤਾ ਸੀ, ਕਿਸ ਤਰ੍ਹਾਂ ਬੁਲਾਵਾ ਆਇਆ ਸੀ ਤੇ ਕੀ ਕੁਛ ਅਸੀਂ ਉੱਥੇ ਜਾ ਕੇ ਮਹਿਸੂਸ ਕੀਤਾ ਔਰ ਕਿਸ ਤਰ੍ਹਾਂ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਅਸੀਂ ਕਰਾਂਗੇ। ਲੇਕਿਨ ਮੈਂ ਉਦੋਂ ਹੀ ਬਣਾਵਾਂਗੀ ਔਰ ਅਗਲਾ ਵਲੌਗ ਜਿਹੜਾ ਕੱਲ੍ਹ ਦਾ ਤੇ ਖੈਰ ਮੈਂ ਬਣਾਵਾਂਗੀ ਕਿ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਰਮਜ਼ਾਨ ਵਿੱਚ ਵਲੌਗ ਦੇਖਣਾ ਚਾਹੁੰਦੇ ਹੋ ਕਿ ਨਹੀਂ, ਜਾਂ ਅਸੀਂ ਕੁਛ ਦਿਨ ਲਈ ਗਾਇਬ ਹੋ ਜਾਈਏ। ਤੇ ਤੁਸੀਂ ਮੈਨੂੰ ਦੱਸਣਾ ਵੇ ਤਾਂ ਕਿ ਫਿਰ ਅਸੀਂ ਉਸੇ ਹਿਸਾਬ ਦੇ ਨਾਲ ਆਪਣੀ ਤਿਆਰੀ ਕਰਾਂਗੇ, ਕਿਉਂਕਿ ਫਿਰ ਮੈਂ ਉਸੇ ਹਿਸਾਬ ਦੇ ਨਾਲ ਆਪਣਾ ਇੱਕ ਸ਼ਡਿਊਲ ਸੈੱਟ ਕਰਾਂਗੀ। ਬਾਕੀ ਕੋਈ ਨਹੀਂ, ਮੇਰੇ ਤਾਂ ਉਹ ਦੱਸਿਆ ਕਿ ਮੇਰਾ ਕੋਈ ਐਸਾ ਬਖੇੜਾ ਨਹੀਂ ਹੈ ਕਿ ਮੈਂ ਬਹੁਤ ਜ਼ਿਆਦਾ ਖਾਣੇ ਬਣਾਉਣੇ ਨੇ, ਕੁਝ ਕਰਨਾ ਹੈ। ਲੇਕਿਨ ਐਵੇਂ ਕਿ ਥੋੜ੍ਹਾ ਜਿਹਾ ਇਨਸਾਨ ਇਸ ਤਰ੍ਹਾਂ ਹੋ ਜਾਂਦਾ ਵੇ ਕਿ ਅਸੀਂ ਟਾਈਮਿੰਗ ਦੇ ਨਾਲ ਥੋੜ੍ਹੀ ਇਬਾਦਤ ਵਗੈਰਾ ਕਰ ਲਈਏ, ਉਸ ਹਿਸਾਬ ਦੇ ਨਾਲ ਫਿਰ ਮੈਂ ਆਪਣਾ ਟਾਈਮ ਸੈੱਟ ਕਰ ਲਵਾਂਗੀ। ਤੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਵੀ ਕਮੈਂਟ ਵਿੱਚ ਕਿ ਤੁਸੀਂ ਸਾਥੀ ਕੀ ਚਾਹੁੰਦੇ ਹੋ। ਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।